बोले सोने हाल सास भी अकाल। वाहिगुरु साहिब जी, जे हों जाना आखां नाही, कहना कथन ना जाई। गुरा एक देह बुझाई, सबना जियां का एक दाता। सो मैं विसर ना जाई। गुरा एक देह बुझाई, सबना जियां का एक दाता। सो मैं विसर ना जाई। सतगुरु गरीब निवाज। श्री गुरु ग्रंथ साहिब महाराज जी की पवित्र हजूरी अंदर अदब प्यार विच सजी साध संगत, वाहिगुरु जी का खालसा वाहिगुरु जी की फतेह। साध संगत, गुरु साहब जी ने बख्शिश की है, उद्दम सुमत बख्शी, बल बख्शिया। गुरु हजूरी अंदर बड़ा ही सुंदर प्रबंध करके आप जी बैठे हो। हर पक्ष तो बड़ा सुचज्जा सोझी वाला प्रबंध जाप रहा। रोज़ समागमां ते जाते हैं, कई प्रॉब्लम फेस आउंदियां। जनरेटर नेड़े हुंदा है, लंगर नेड़े हुंदा है, जोड़ा घर नेड़े हुंदा है, रौला पैंदा है। बड़ा सुचज्जा प्रबंध लग्या कि बड़ी एकाग्रता नाल, बड़े टिकाओ नाल तुसीं गुरसिख बैठे हो। साडा मनोरथ है सुनना, ते ज्यों ज्यों असीं सुनदे हां त्यों त्यों साडे अंदर जानन दी जिग्यासा होर वधदी है, होर वधदी है। किसी भी चीज़ बारे सुनो, किसी शहर बारे सुनो, किसी थां टिकाणे बारे सुनो, तो जरूर मन करेगा कि असीं इस पासे गए सी ते असीं सोचिया भी सुनिया बड़ा है, चलो देख के चलते। अक्सर इदां हुंदा जी। बहुत सारियां ऐसियां रमणीक जगह ने, बहुत सारियां ऐसियां अचरज अद्भुत प्रकृतिक स्थान ने कि असीं सुनिया सी ते जी कीता भी इस कुदरती सुंदरता नूं, इस कुदरती टिकाणे नूं वेख के चलीए। दुनिया की किसी भी चीज़ नूं ज्यों ज्यों बंदा सुनना शुरू करता है, बंदे का सुभाव है कि उहदे प्रति क्रियोसिटी वधदी है, कशिश वधदी है। सिक्खी दे अंदर जिहड़ा धर्म का राह है, गुरु का मार्ग है, वो सुनन तो शुरू हुंदा है। साध संगत, जिन्हें कदी सुनिया नहीं उन्हें कख भी जानिया नहीं। उहदे अंदर जानन दी भुख ही नहीं लग सकती जी। जानन बारे वो सोच भी नहीं सकता जिन्हें कदी सुनिया नहीं। तो सानू महाराज सच्चे पातशाह जी ने पहला हुक्म किया सुनना है। बाणी पढ़न वाले सिख रोज़ 4 पौड़ियां पढ़ते हैं। सुनिया, सुनन दे द्वारा की हुंदा है? सिद्ध पीर सुरनाथ। सुनिया ईसर ब्रह्मा इंद, सुनिया सत संतोख ज्ञान। ये चीज़ां साडे अंदर किवें जाणगियां जी? कोई सथूल चीज़ तो है नहीं जिन्हों असीं बाजार विचों खरीद के अपने घर ले आवांगे कि मैं
ਸੱਤ ਖਰੀਦਣ ਚੱਲਿਆ, ਮੈਂ ਸੰਤੋਖ ਖਰੀਦਣ ਚੱਲਿਆ, ਮੈਂ ਗਿਆਨ ਖਰੀਦਣ ਚੱਲਿਆ। ਜੇ ਸਾਨੂੰ ਕੋਈ ਪੁੱਛੇ ਵੀ ਇਹ ਚੀਜ਼ਾਂ ਕਿੱਥੋਂ ਮਿਲਦੀਆਂ ਨੇ ਜੀ, ਰੂਹਾਨੀ ਜ਼ਿੰਦਗੀ ਦੀ ਬੁਨਿਆਦ ਹਨ ਇਹ। ਜੇ ਤੁਸੀਂ ਧਰਮ ਦੇ ਮਾਰਗ ਤੇ ਤੁਰਨਾ ਹੈ, ਤੁਸੀਂ ਰੂਹਾਨੀ ਰਾਹ ਤੇ ਤੁਰਨਾ ਹੈ, ਤੇ ਇਹ ਬੁਨਿਆਦ ਹੈ ਸੱਤ, ਸੰਤੋਖ, ਵਿਚਾਰ। ਤੇ ਜੇ ਸਾਨੂੰ ਕੋਈ ਪੁੱਛੇ ਵੀ ਇਹ ਚੀਜ਼ਾਂ ਮਿਲਦੀਆਂ ਕਿੱਥੋਂ ਨੇ, ਅਸੀਂ ਲੈਣਾ ਚਾਹੁੰਦੇ ਹਾਂ, ਸੱਤ ਖਰੀਦਣਾ ਚਾਹੁੰਦੇ। ਗੁਰਮੁਖਾਂ ਨੇ ਇੱਥੇ ਲਿਖ ਕੇ ਲਾਇਆ ਹੋਇਆ, ਸੱਚ ਤੇ ਪਹਿਰਾ ਦਿੱਤਾ ਜਾਵੇ ਬੋਲਣ ਵਾਲਿਆਂ ਨੇ। ਸੱਚ ਤੇ ਪਹਿਰਾ ਕਿਵੇਂ ਦੇ ਸਕਾਂਗੇ ਅਸੀਂ? ਵੇਖੋ, ਸੱਚ ਕੋਈ ਐਕਟਿੰਗ ਨਹੀਂ ਹੈ, ਤੇ ਨਾ ਹੀ ਸੱਚ ਅੱਖਰ ਹਨ ਜਿਹੜੇ ਅਸੀਂ ਲੋਕਾਂ ਸਾਹਮਣੇ ਪੇਸ਼ ਕਰ ਲੈਣੇ ਆ। ਸੱਚ ਕਮਾਉਣ ਦੀ ਸ਼ੈ ਹੈ, ਸੱਚ ਕਮਾਇਆ ਜਾਂਦਾ ਹੈ। ਸੱਚ ਸਿਰਫ ਬੋਲਣ ਦਾ ਵਿਸ਼ਾ ਨਹੀਂ ਹੈ ਜੀ, ਸੱਚ ਕਮਾਉਣ ਦਾ ਵਿਸ਼ਾ ਹੈ। ਇਹਦੇ ਉੱਤੇ ਬਹੁਤ ਲੰਬੀ ਚੌੜੀ ਵਿਚਾਰ ਕੀਤੀ ਜਾ ਸਕਦੀ ਹੈ, ਖੈਰ ਇਹਨੂੰ ਇੱਥੇ ਪਾਸੇ ਰੱਖ ਦਈਏ। ਗੱਲਾਂ ਨਾਲ ਤੇ ਅਸੀਂ ਬੜੇ ਸਾਰੇ ਦਾਅਵੇ ਕਰ ਲੈਂਦੇ ਹਾਂ, ਮੈਨੂੰ ਸੱਚ ਬੋਲਣ ਦੀ ਆਦਤ ਹੈ, ਮੈਂ ਸੱਚ ਬੋਲਦਾ। ਬੜੀ ਵਾਰੀ ਮੇਰੇ ਵਰਗਾ ਬੰਦਾ ਕਹਿੰਦਾ ਕਿਸੇ ਦੇ ਜੀ ਗਿੱਟੇ ਲੱਗੇ, ਗੋਡੇ ਲੱਗੇ, ਮੈਂ ਤੇ ਸੱਚ ਬੋਲਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਗੱਲੀਂ ਪਿਸ਼ਤ ਨਾ ਜਾਈਏ। ਗੱਲਾਂ ਨਾਲ ਨਹੀਂ ਗੱਲ ਬਣਦੀ ਜੀ। ਗੱਲਾਂ ਤੇ ਬੜੀਆਂ ਸੋਹਣੀਆਂ ਲੇਪ ਪੁੱਛ ਕੇ ਕੀਤੀਆਂ ਜਾ ਸਕਦੀਆਂ, ਗੱਲਾਂ ਨਾਲ ਤੇ ਦਾਈਆ ਬੰਨਿਆ ਜਾ ਸਕਦਾ ਕਿ ਮੈਂ ਸੱਚ ਬੋਲਦਾ। ਛੁੱਟੈ ਸੱਚ ਕਮਾਏ, ਗੱਲੀਂ ਪਿਸ਼ਤ ਨਾ ਜਾਈਏ, ਛੁੱਟੈ ਸੱਚ ਕਮਾਏ ਕਿਹਾ। ਸੱਚ ਕਮਾਉਣ ਦਾ ਵਿਸ਼ਾ ਹੈ, ਸੱਚ ਸਿਰਫ ਬੋਲਣ ਦਾ ਵਿਸ਼ਾ ਨਹੀਂ ਹੈ। ਸਾਧ ਸੰਗਤ, ਛੋਟੀ ਜਿਹੀ ਜੇ ਮੈਂ ਮਿਸਾਲ ਦੇਵਾਂ, ਗੰਗੂ ਕਹਿੰਦਾ ਹੈ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਠਹਿਰੇ ਹੋਏ ਨੇ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਂ ਗੁਜਰੀ ਜੀ। ਸਿਹੇੜੀ ਪਿੰਡ ਤੋਂ ਗੰਗੂ ਜਾਂਦਾ ਹੈ ਤੇ ਕੋਤਵਾਲੀ ਮੁਰਿੰਡੇ ਜਾ ਕੇ ਜਾਨੀ ਖਾਂ ਮਾਨੀ ਖਾਂ ਨੂੰ ਕੀ ਇਤਲਾਹ ਦਿੰਦਾ ਜੀ? ਆਪਾਂ ਨੂੰ ਪਤਾ ਸਾਰਿਆਂ ਨੂੰ, ਇਤਿਹਾਸ ਸੁਣਿਆ ਤੁਸੀਂ। ਗੰਗੂ ਕੀ ਇਤਲਾਹ ਦਿੰਦਾ ਹੈ ਕਿ ਇਹ ਕੋਤਵਾਲ ਜਾਨੀ ਖਾਂ ਮਾਨੀ ਖਾਂ, ਮੈਂ ਤੈਨੂੰ ਦੱਸਦਾ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਜੀ ਠਹਿਰੇ ਹੋਏ ਆ। ਹੁਣ ਜੇ ਅਸੀਂ ਬਾਹਰ ਮੁਖੀ ਪੱਖ ਵੇਖੀਏ ਤੇ ਗੰਗੂ ਨੇ ਝੂਠ ਨਹੀਂ ਬੋਲਿਆ, ਗੰਗੂ ਨੇ ਸੱਚ ਬੋਲਿਆ। ਗੰਗੂ ਵੀ ਕਹੇਗਾ ਮੈਂ ਸੱਚ ਬੋਲਦਾ। ਪਰ ਜੇ ਸਿਰਫ ਬੋਲਣ ਦੇ ਵਿਸ਼ੇ ਤੋਂ ਵੇਖੀਏ, ਨੀਅਤ ਨੂੰ ਪਾਸੇ ਰੱਖ ਦਈਏ, ਤੇ ਕਿੰਨਾ ਮਲੀਨ ਸੱਚ ਹੈ ਜੀ, ਕਿੰਨਾ ਗੰਦਲਾ। ਵੈਸੇ ਕਹੇਗਾ ਸੱਚ, ਬਾਹਰੀ ਪੱਖ ਤੋਂ ਵੀ ਕਹੇਗਾ ਮੈਂ ਸੱਚ ਬੋਲਦਾ, ਪਰ ਜਦੋਂ ਅਸੀਂ ਨੀਅਤ ਦੇ ਪੱਖ ਤੋਂ ਵੇਖਾਂਗੇ ਤੇ ਫਿਰ ਕਿੰਨਾ ਮਲੀਨ ਸੱਚ ਹੈ ਜੀ। ਸਾਡੀ ਨੀਅਤ ਤੇ ਨਿਰਭਰ ਕਰਦਾ, ਬੋਲਾਂ ਤੇ ਨਹੀਂ ਨਿਰਭਰ ਕਰਦਾ। ਥੋੜੀ ਜਿਹੀ ਬਰੀਕ ਗੱਲ ਸਮਝ ਲਿਓ, ਸਾਡੀ ਜ਼ੁਬਾਨ ਦਾ ਸੱਚ ਸਾਡੀ ਨੀਅਤ ਤੇ ਨਿਰਭਰ ਕਰਦਾ, ਅਸੀਂ ਕਿਸ ਨੀਅਤ ਨਾਲ ਸੱਚ ਬੋਲ ਰਹੇ ਹਾਂ। ਹੁਣ ਗੰਗੂ ਕਹਿੰਦਾ ਮੈਂ ਸੱਚ ਬੋਲਿਆ, ਤੇ ਬੋਲ ਕਾਹਦੇ ਵਾਸਤੇ ਰਿਹਾ? ਕਿਸੇ ਦੀ ਜ਼ਿੰਦਗੀ ਖੋਹਣ ਵਾਸਤੇ, ਕਿਸੇ ਦੇ ਘਰ ਦੇ ਹਾਸੇ ਖੋਹਣ ਵਾਸਤੇ, ਕਿਸੇ ਦੀਆਂ ਖੁਸ਼ੀਆਂ ਖੋਹਣ ਵਾਸਤੇ, ਕਿਸੇ ਦੇ ਜਿਗਰ ਦੇ ਟੁਕੜੇ ਖੋਹਣ ਵਾਸਤੇ ਉਹਦੀ ਗੋਦੀ ਚੋਂ। ਨੀਅਤ ਕਿੰਨੀ ਗੰਦੀ ਹੈ ਉਸ ਸੱਚ ਦੇ ਪਿੱਛੇ। ਨਬੀ ਖਾਂ ਗਨੀ ਖਾਂ ਨੂੰ ਪਲੰਘਾਂ ਚੁੱਕੇ ਜਾਂਦੇ ਆ ਰੋਕ ਕੇ ਹਾਕਮ ਕਹਿੰਦਾ ਇਹ ਕੌਣ ਹਨ? ਹੁਣ ਪਤਾ ਉਹਨਾਂ ਨੂੰ ਵੀ ਆ ਵੀ ਸਵਾਲ ਕਾਹਦੇ ਬਾਰੇ ਹੈ, ਕਿ ਕੀ ਇਹ ਗੁਰੂ ਗੋਬਿੰਦ ਸਿੰਘ ਜੀ ਹਨ? ਜਦੋਂ ਪੁੱਛਦੇ ਨੇ ਕੌਣ ਹਨ, ਤੇ ਸਿੱਧੇ ਰੂਪ ਵਿੱਚ ਜੇ ਜ਼ੁਬਾਨ ਤੋਂ ਕਹਿਣਾ ਹੋਵੇ ਤੇ ਕਿਹਾ ਜਾ ਸਕਦਾ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਹਨ। ਪਰ ਉਹਨਾਂ ਨੇ ਕੀ ਕਿਹਾ ਸੀ? ਕਹਿੰਦੇ ਰਸਤਾ ਛੱਡ ਦਿਓ, ਇਹ ਸਾਡੇ ਉੱਚ ਦੇ ਪੀਰ ਹਨ। ਤੇ ਸ਼ਾਇਦ ਉਹਨਾਂ ਨੂੰ ਦੁਨੀਆ ਦਾ ਨਿਆਂ ਕਰਨ ਵਾਲੇ ਕਹਿਣ ਕੇ ਝੂਠ ਕਿਉਂ ਬੋਲਿਆ? ਉੱਚ ਤੇ ਇੱਕ ਇਲਾਕੇ ਦਾ ਨਾਂ ਆ, ਉੱਥੋਂ ਦੇ ਪੀਰ ਆਉਂਦੇ ਹੁੰਦੇ ਸੀ ਪੰਜਾਬ 'ਚ, ਆਪਣੇ ਮੁਰੀਦਾਂ ਕੋਲੋਂ ਗਰਾਹੀ ਲੈਂਦੇ ਸੀ ਉਹ। ਤੇ ਦੁਨਿਆਵੀ ਨਿਆਂ ਕਰਨ ਵਾਲੇ ਸ਼ਾਇਦ ਕਹਿਣ ਕੇ ਨਬੀ ਖਾਂ ਗਨੀ ਖਾਂ ਨੇ ਝੂਠ ਬੋਲਿਆ।
हुण साध संगत जी गल बोलां ते नहीं टिकी हुई, गल नीयत ते टिकी हुई है। ਉਹਦੇ ਪਿੱਛੇ ਨੀयत ਕੀ ਹੈ? ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਵੀ ਇਹ ਗੁਣ ਤੁਹਾਨੂੰ ਮਿਲ ਸਕਦੇ ਨੇ, ਸੱਚ, ਸੰਤੋਖ ਤੇ ਵਿਚਾਰ। ਮਿਲਦੇ ਕਿੱਥੋਂ ਹੈ ਜੀ? ਕੋਈ ਸਾਨੂੰ ਪੁੱਛੇ ਕਿੱਥੋਂ ਮਿਲਦੇ ਜੀ? ਕੋਈ ਦੱਸੇਗਾ? ਰੂਹਾਨੀ ਗੁਣ ਨੇ, ਰੱਬ ਨਾਲ ਜੋੜਨ ਵਾਲੇ ਗੁਣ ਨੇ, ਸਿੱਖ ਦੀ ਘਾੜਤ ਘੜਨ ਵਾਲੇ ਗੁਣ ਨੇ, ਧਰਮ ਦੀ ਸੰਪੂਰਨਤਾ ਵਾਲੇ ਗੁਣ ਨੇ। ਤੇ ਕਿੱਥੋਂ ਮਿਲਦੇ ਜੀ? ਪਤਾ ਕਿਸੇ ਨੂੰ? ਮਾੜਾ ਜਿਹਾ ਆਪਾਂ ਪਰਿਵਾਰ ਵਾਂਗ ਬੈਠੇ ਗੁਰੂ ਦੀ ਹਜ਼ੂਰੀ 'ਚ, ਐ ਹੱਥ ਖੜਾ ਕਰਿਓ। ਨਹੀਂ ਪਤਾ ਜਾਂ ਝਿਜਕਦੇ ਨਹੀਂ ਕਰ ਰਹੇ? ਇੱਥੋਂ ਮਿਲਦੇ ਆ। ਤੁਸੀਂ ਤੇ ਪੜ੍ਹਦੇ ਹੋ ਥਾਲ ਵਿੱਚ, ਥਾਲ ਵਿੱਚ ਬੋਲੋ ਨਾ ਜੀ, ਥਾਲ ਵਿੱਚ ਕਿਹੜੀਆਂ ਕਿਹੜੀਆਂ? ਸੱਤ, ਸੰਤੋਖ, ਵਿਚਾਰੋ। ਕਿੱਥੋਂ ਮਿਲਦੇ ਆ ਜੀ? ਇੱਥੋਂ ਮਿਲਦੇ ਆ। ਤੇ ਕਿਵੇਂ ਮਿਲਦੇ ਆ? ਸੁਣਿਆ, ਸੱਤ, ਸੰਤੋਖ, ਵਿਚਾਰ। ਇੱਥੋਂ ਇੰਨੀ ਕੁ ਗੱਲ ਪੱਲੇ ਬੰਨੀ ਹੈ। ਚਲੋ ਫਿਰ ਅੱਗੇ ਤੁਰਦੇ ਹਾਂ। ਜੇ ਸੁਣਿਆ ਹੀ ਨਹੀਂ ਤੇ ਇਸ ਥਾਲ ਵਿੱਚੋਂ ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਸ ਭੋਜਨ ਚੋਂ ਇੱਕ ਗਰਾਹੀ ਸਾਡੇ ਅੰਦਰ ਨਹੀਂ ਜਾ ਸਕਦੀ ਜੇ ਅਸੀਂ ਸ਼ਰਵਣਾਂ ਨਾਲ। ਇੱਥੋਂ ਤੱਕ ਇੱਕ ਹੋਰ ਗੱਲ ਧਿਆਨ ਨਾਲ ਸੁਣਿਓ ਜੀ, ਬੇਸ਼ੱਕ ਅਸੀਂ ਆਪਣੀ ਜ਼ੁਬਾਨ ਨਾਲ ਵੀ ਪੜ੍ਹ ਰਹੇ ਹਾਂ ਨਾ ਜੀ, ਤੇ ਜੇ ਆਪਣੀ ਜ਼ੁਬਾਨ ਨਾਲ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਸਾਡੇ ਕੰਨ ਨਹੀਂ ਸੁਣ ਰਹੇ, ਕਿਸੇ ਵੀ ਸੂਰਤ ਵਿੱਚ ਸਾਡੀ ਸੁਰਤ ਨਹੀਂ ਟਿਕ ਸਕਦੀ। ਅਸੀਂ ਨਿਗਾਹ ਫੇਰੀ ਜਾਵਾਂਗੇ, ਜ਼ੁਬਾਨ ਅੱਖਰ ਬੋਲੀ ਜਾਏਗੀ ਤੇ ਬੋਲ ਰਹੀ ਸੱਤ ਦਾ ਖਜ਼ਾਨਾ ਹੋਏਗੀ, ਸੁਰਤ ਕਿਤੇ ਹੋਰ ਪਾਸੇ ਹੋਏਗੀ, ਤੇ ਟਿਕਾ ਕੇ ਵਿਖਾ ਦਿਓ, ਮਨ ਟਿਕ ਜਾਏਗਾ। ਮੁੱਢਲਾ ਤਰੀਕਾ ਹੀ ਇਹੀ ਹੈ ਕਿ ਜੇ ਪੜ੍ਹ ਵੀ ਰਹੇ ਹਾਂ ਤੇ ਆਪ ਸੁਣੀਏ। ਹੁਣ ਹੁੰਦਾ ਕੀ ਹੈ, ਮੈਂ ਕਈ ਵਾਰੀ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ, ਜਦੋਂ ਅਸੀਂ ਅਖੰਡ ਪਾਠਾਂ ਦੀ ਪ੍ਰਣਾਲੀ ਚਲਾਉਂਦੇ ਹਾਂ, ਲੜੀਆਂ ਇੱਦਾਂ ਨਿਗਾਹ ਵੱਜਦੀ, ਤੇ ਇਹ ਵੀ ਸ਼ੁਕਰ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਇਹ ਪੰਕਤੀਆਂ ਸਿੱਧੀਆਂ ਲਿਖੀਆਂ ਸੀ। ਜੇ ਕੀ ਪਤਾ ਥੋੜ੍ਹੇ ਬਹੁਤੇ ਵਾਲ ਹੁੰਦੇ ਤੇ ਫਿਰ ਕੀ ਕਰਿਆ ਕਰਨਾ? ਜੇ ਬੋਲੇਗਾ ਤੇ ਸੁਣੇਗਾ ਨਾ ਉਹਦਾ ਕੰਨ ਜੀ, ਲਿਪਸ ਬੰਦ ਨੇ ਉਹਦੇ। ਮੈਂ ਕਿਸੇ ਨੂੰ ਦੋਸ਼ ਹੀ ਨਹੀਂ ਦੇ ਰਿਹਾ ਸਾਧ ਸੰਗਤ ਜੀ, ਮੈਂ ਵੀ ਉਸ ਸ਼੍ਰੇਣੀ ਵਿੱਚੋਂ। ਸੁਣਨ ਤੋਂ ਬਿਨਾ ਸੱਤ ਅੰਦਰ ਨਹੀਂ ਜਾਣਾ। ਜੇ ਅਸੀਂ ਪੜ੍ਹ ਵੀ ਰਹੇ ਹਾਂ ਤਾਂ ਵੀ ਮੈਂ ਬੇਨਤੀ ਕਰਾਂ, ਨਿਤਨੇਮ ਵੀ ਕਰਦੇ ਹੋ ਨਾ, ਤੇ ਆਪਣਾ ਕੀਤਾ ਹੋਇਆ ਨਿਤਨੇਮ ਆਪ ਜ਼ਰੂਰ ਸੁਣਿਆ ਕਰੋ। ਇੰਨਾ ਕੁ ਬੋਲ ਕੇ ਕਰੋ ਕਿ ਤੁਸੀਂ ਬੋਲੋ ਤੇ ਤੁਹਾਡੇ ਕੰਨ ਸੁਣ ਰਹੇ ਹੋਣ, ਤੇ ਫਿਰ ਜਿਹੜੇ ਕਹਿੰਦੇ ਨਾ ਮਨ ਨਹੀਂ ਜੁੜਦਾ, ਜੁੜਨਾ ਸ਼ੁਰੂ ਹੋ ਜਾਏਗਾ। ਸੁਣਿਆ, ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੈ ਮਾਨ, ਪੜ੍ਹਿਆ ਵੀ ਤਾਂ ਪ੍ਰਵਾਨ ਹੋਇਆ। ਬੜੀਆਂ ਬਰਕਤਾਂ ਨੇ। ਸੁਣਿਆ ਸਾਰਾ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੱਚ ਬੋਲਣ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਵੀ ਦੂਜਿਆਂ ਦੇ ਔਗਣ ਦੱਸਣੇ ਆ ਤੇ ਤੁਸੀਂ ਕਹੋਗੇ ਵੀ ਹਰਪਾਲ ਸਿੰਘ ਬੜਾ ਸੱਚ ਬੋਲ ਕੇ ਗਿਆ। ਜੇ ਹਿੰਮਤ ਹੈ ਕਿ ਮੈਂ ਸੱਚ ਆਪਣੇ ਆਪ ਤੋਂ ਸ਼ੁਰੂ ਕਰਾਂ, ਕਿ ਮੈਂ ਸਵੇਰੇ ਉੱਠ ਕੇ ਨਿਤਨੇਮ ਕੀਤਾ ਕਿ ਨਹੀਂ ਕੀਤਾ, ਮੈਂ ਆਪਣੇ ਬੱਚਿਆਂ ਨੂੰ ਰੋਟੀ ਇਮਾਨਦਾਰੀ ਦੀ ਖਵਾ ਰਿਹਾ ਕਿ ਨਹੀਂ ਖਵਾ ਰਿਹਾ, ਇਹ ਸੱਚ ਮੈਂ ਕਦੀ ਨਹੀਂ ਬੋਲਣਾ। ਜਿਹੜਾ ਸੱਚ ਦੂਜੇ ਤੇ ਲਾਗੂ ਹੁੰਦਾ ਨਾ, ਮੈਂ ਉੱਥੋਂ ਸ਼ੁਰੂ ਕਰਨਾ। ਮੈਂ ਆਪਣੇ ਘਰ ਵਿੱਚ ਆਪਣੀ ਪਤਨੀ ਨੂੰ ਇੱਜ਼ਤ ਦਿੰਦਾ ਕਿ ਨਹੀਂ ਦਿੰਦਾ, ਮੇਰੀ ਜ਼ੁਬਾਨ ਮਿੱਠੇ ਚੰਗੇ ਬੋਲ ਬੋਲਦੀ ਹੈ ਕਿ ਨਹੀਂ ਬੋਲਦੀ, ਇੱਥੋਂ ਸ਼ੁਰੂ ਕਰਨਾ ਸੱਚ। ਕਈ ਵਾਰੀ ਇਸ ਸੱਚ ਉੱਤੇ ਪਰਦਾ ਪਿਆ ਹੁੰਦਾ ਹੈ, ਘਰ ਬੰਦਾ ਸ਼ੈਤਾਨ ਬਣਿਆ ਹੁੰਦਾ, ਹਵਾਨ ਬਣਿਆ ਹੁੰਦਾ, ਸਮਾਜ ਵਿੱਚ ਪਿਕਚਰ ਹੋਰ ਹੁੰਦੀ ਹੈ, ਘਰ ਵਿੱਚ ਹੋਰ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਐਸੇ ਬੰਦਿਆਂ ਨੂੰ ਆਖੀਦਾ ਜਿਨ ਮਨ ਹੋਰ। ਗੱਲ ਸਿਰਫ ਜ਼ੁਬਾਨ ਦੇ ਅੱਖਰਾਂ ਦੀ ਨਹੀਂ,
ਅਸੀਂ ਇੰਨੇ ਸੱਚ ਦੀ ਅਸੀਂ ਵਿਆਖਿਆ ਇੰਨੀ ਕੁ ਕਰ ਲਈ ਵੀ ਇਸ ਬੰਦੇ ਨੇ ਕਿਹਦੇ ਕਿਹਦੇ ਪਾ ਜੋ ਗੇੜੇ। ਮਾਫੀ ਮੰਗ ਕੇ ਕਹਿੰਦਾ ਮੈਂ ਆਪਣੇ ਆਪ ਤੋਂ ਸ਼ੁਰੂ ਕਰ ਰਿਹਾ। ਮੇਰੀ ਹਕੀਕਤ ਕੀ ਹੈ ਉਹ ਮੈਂ ਕਦੀ ਨਹੀਂ ਦੱਸ ਰਿਹਾ। ਮੈਂ ਸਵੇਰੇ ਕਿੰਨੇ ਵਜੇ ਉੱਠਦਾ, ਚਲੋ ਇੰਨਾ ਕੀ ਦੱਸ ਲੈ, ਬਾਕੀ ਤੇ ਬਹੁਤ ਸਾਰੀਆਂ ਬਦੀਆਂ ਐਸੀਆਂ ਨੇ ਜਿਨ੍ਹਾਂ ਨੂੰ ਢੱਕਣਾ ਹੀ ਹੁੰਦਾ। ਮੇਰੀ ਕਮਾਈ ਵਿੱਚ ਸੱਚੀ ਮੁੱਚੀ ਸੱਚ ਹੈ, ਮੇਰੀਆਂ ਅੱਖਾਂ ਵਿੱਚ ਸੱਚੀ ਮੁੱਚੀ ਸੱਚ ਹੈ। ਗੱਲ ਸਿਰਫ ਕੱਪੜੇ ਧੋਣ ਦੀ ਨਹੀਂ ਹੈ ਗੁਰਮੁਖੋ, ਗੱਲ ਸਿਰਫ ਮੂੰਹ ਦੇ ਚਿੱਟੇ ਹੋਣ ਦੀ, ਉਜਲੇ ਹੋਣ ਦੀ ਨਹੀਂ ਹੈ। ਗੱਲ ਸਿਰਫ ਹੱਥ ਮਲ ਮਲ ਕੇ ਮਾਂਜਣ ਦੀ ਨਹੀਂ ਹੈ, ਵਸਤਰ ਨਿਰਮਲ ਕਰਨ ਦੀ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਨਾ ਸੁੱਚ ਹੋਵੇ ਤਾਂ ਸੁੱਚ ਹੁੰਦੀ ਹੈ ਜੇ ਸੱਚ ਪਾਈਏ। ਸੱਚ ਪਾਈਏ ਤੇ ਫਿਰ ਸੁੱਚੇ ਹੋਈਦਾ ਅੰਦਰੋਂ। ਹੁਣ ਉਹ ਸੱਚ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਨਾ ਵੀ ਮੈਂ ਪਾ ਲਿਆ ਜੀ। ਮਿਲਣਾ ਕਿੱਥੋਂ ਹੈ? ਇੱਥੋਂ। ਅੱਖਾਂ ਵਿੱਚ ਸੱਚ, ਜ਼ੁਬਾਨ ਤੇ ਸੱਚ, ਕੰਨਾਂ ਵਿੱਚ ਸੱਚ, ਹੱਥਾਂ ਦੀ ਕਮਾਈ ਵਿੱਚ ਸੱਚ, ਪੈਰਾਂ ਦੀ ਤੋਰ ਵਿੱਚ ਸੱਚ। ਬੁਰੇ ਪਾਸੇ ਤੇ ਨਹੀਂ ਤੁਰ ਰਹੇ। ਸਿਰਫ ਜ਼ੁਬਾਨ ਦਾ ਸੱਚ ਨਹੀਂ ਜਿਹੜਾ ਦੂਜਿਆਂ ਲਈ ਬੋਲਿਆ ਜਾ ਰਿਹਾ, ਤੱਕਣੀ ਦਾ ਸੱਚ, ਸੁਣਨ ਦਾ ਸੱਚ। ਕੂੜ ਸੁਣ ਰਿਹਾ ਤੇ ਕੂੜ ਬੋਲ ਮੁਰਦਾਰ ਖਾਏ। ਕੂੜ ਬੋਲ ਰਿਹਾ, ਕੂੜ ਸੁਣ ਰਿਹਾ, ਕੂੜ ਕਮਾ ਰਿਹਾ। ਸੁਣੀਏ ਪਹਿਲਾਂ, ਸ਼ੁਰੂਆਤ ਇੱਥੋਂ ਕਰੀਏ। ਭੰਡਾਰ ਹੈ, ਖਜ਼ਾਨਾ ਹੈ, ਸੱਤ ਸੰਤੋਖ ਵਿਚਾਰ ਇਸ ਖਜ਼ਾਨੇ 'ਚ ਰੱਖੀ ਹੈ। ਇਹ ਨਹੀਂ ਕਿਹਾ ਵੀ ਸਿਰਫ ਮੱਥਾ ਟੇਕ ਕੇ ਮੁੜ ਜਾਓਗੇ ਤੇ ਤੁਹਾਡੇ ਅੰਦਰ ਇਹ ਖਜ਼ਾਨਾ ਵਰਤਣ ਲੱਗ ਪੈਣਾ। ਨਹੀਂ ਕਿਹਾ, ਸੁਣਿਆ। ਇਹਨੂੰ ਜੇ ਕੋ ਖਾਵੈ ਜੇ ਕੋ ਪੁੰਚੈ, ਇਹਨੇ ਸਾਡੇ ਅੰਦਰ ਜਾ ਕੇ ਹਜ਼ਮ ਹੋਣਾ। ਤੇ ਜਦੋਂ ਜਿਵੇਂ ਪ੍ਰਸ਼ਾਦਾ ਸਰੀਰ ਨੂੰ ਸੱਤਿਆ ਦਿੰਦਾ ਨਾ ਜੀ, ਤੇ ਪ੍ਰਸ਼ਾਦਾ ਤੁਹਾਡੇ ਅੰਦਰ ਪੇਟ 'ਚ ਹਜ਼ਮ ਹੁੰਦਾ ਤੇ ਰੋਮ ਰੋਮ ਤੱਕ ਉਹਦੀ ਸ਼ਕਤੀ ਜਾਂਦੀ ਹੈ। ਅਸੀਂ ਨਹੁੰ ਦੇ ਨਾਲ ਵੀ ਕਿਸੇ ਚੀਜ਼ ਨੂੰ ਐ ਪੁੱਟਣ ਦੀ ਸ਼ਕਤੀ ਰੱਖਦੇ ਹਾਂ। ਉਹ ਸ਼ਕਤੀ ਨਹੁੰ ਦੇ ਵਿੱਚ ਕਿੱਥੋਂ ਗਈ? ਜਿਹੜਾ ਅਸੀਂ ਪ੍ਰਸ਼ਾਦਾ ਛਕਿਆ ਸੀ। ਸੱਚ ਵੀ ਇੱਕ ਸ਼ਕਤੀ ਹੈ, ਬਹੁਤ ਵੱਡੀ ਸੱਤਿਆ ਹੈ ਸੱਚ। ਜਿੱਦਣ ਸਾਡੀ ਆਤਮਾ 'ਚ ਇਹ ਚਲਿਆ ਗਿਆ ਨਾ, ਪੁੰਚੈ, ਪਚ ਗਿਆ, ਹਜ਼ਮ ਹੋ ਗਿਆ, ਸਾਡੇ ਰੋਮ ਰੋਮ ਤੱਕ ਚਲਿਆ ਗਿਆ, ਸਾਡੇ ਅੰਦਰ ਸ਼ਕਤੀ ਆਉਣੀ। ਸਾਧ ਸੰਗਤ ਜੀ, ਕਈ ਵਾਰੀ ਨਾ ਕਹਿਣ ਨੂੰ ਸਾਨੂੰ ਪਤਾ ਹੁੰਦਾ ਪਰ ਕਮਾਉਣ ਨੂੰ ਨਹੀਂ ਪਤਾ ਹੁੰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਹ ਲੰਬੀ ਸਾਖੀ ਹੈ, ਮੈਂ ਇਸ਼ਾਰੇ ਮਾਤਰ ਹੀ ਗੱਲ ਕਰਦਾ। ਸਿਆਲਕੋਟ ਮਿਲਿਆ ਮਹਾਰਾਜ ਨੂੰ, ਮੂਲਾ ਮਿਲਿਆ। ਤੇ ਕਿਹੜੇ ਢੰਗ ਨਾਲ ਮਿਲਿਆ? ਬਾਬਾ ਜੀ ਨੇ ਇੱਕ ਟਕਾ ਦੇ ਕੇ ਸੌਦਾ ਲੈਣ ਭੇਜਿਆ ਮਰਦਾਨਾ ਜੀ ਨੂੰ। ਤੇ ਕਿਹੜਾ ਸੌਦਾ ਕਿਹਾ ਜੀ? ਸੱਚ ਤੇ ਝੂਠ ਖਰੀਦ ਕੇ ਲਿਆ। ਇਹ ਪੈਸਾ ਲੈ ਜਾ ਤੇ ਇਸ ਪੈਸੇ ਦਾ ਸੱਚ ਤੇ ਝੂਠ ਖਰੀਦ ਕੇ ਲਿਆ। ਮਰਦਾਨਾ ਜੀ ਗਏ ਜੀ ਦੁਕਾਨਾਂ ਦੁਕਾਨਾਂ ਤੇ ਫਿਰੇ, ਕਰਿਆਨੇ ਵਾਲਿਆਂ ਕੋਲ, ਮਨਿਆਰੀ ਵਾਲਿਆਂ ਕੋਲ, ਬਜਾਜੀ ਵਾਲਿਆਂ ਕੋਲ, ਸਾਰਿਆਂ ਕੋਲ ਗਏ ਹੋਣਗੇ। ਕਿਸੇ ਕੋ ਨਹੀਂ ਮਿਲਿਆ ਸੱਚ ਤੇ ਝੂਠ ਰੂਪੀ ਸੌਦਾ। ਤੇ ਇੱਕ ਬੰਦੇ ਨੇ ਕਾਗਜ਼ ਤੇ ਲਿਖ ਦਿੱਤਾ ਸੀ, ਤੁਹਾਨੂੰ ਪਤਾ ਨਾ ਕਿਹਨੇ ਲਿਖਿਆ ਸੀ? ਮੂਲੇ ਨੇ, ਮੂਲਾ ਖੱਤਰੀ। ਉਹਨੇ ਕਾਗਜ਼ ਦੇ ਇੱਕ ਪਾਸੇ ਲਿਖ ਦਿੱਤਾ ਮਰਨਾ ਸੱਚ, ਦੂਜੇ ਪਾਸੇ ਲਿਖਿਆ ਜਿਉਣਾ ਝੂਠ। ਪੈਸਾ ਰੱਖ ਲਿਆ। ਤੇ ਜਦੋਂ ਮਰਦਾਨਾ ਜੀ ਹਜ਼ੂਰ ਦੇ ਕੋਲ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਮਰਦਾਨਾ ਜੀ ਸੌਦਾ ਮਿਲ ਗਿਆ ਜਿਹੜਾ ਲੈਣ ਭੇਜਿਆ ਸੀ? ਕਹਿੰਦੇ ਜੀ ਸਾਰਾ ਬਾਜ਼ਾਰ ਫਿਰਿਆ, ਇੱਕ ਬੰਦਾ ਮਿਲਿਆ ਸੀ, ਉਹਨੇ ਪੈਸਾ ਰੱਖ ਲਿਆ ਤੇ ਆਹ ਦੇ ਦਿੱਤਾ। ਕਾਗਜ਼ ਹਜ਼ੂਰ ਦੇ ਸਾਹਮਣੇ ਰੱਖ ਦਿੱਤਾ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਾਗਜ਼ ਪੜ੍ਹਿਆ, ਮਰਨਾ ਸੱਚ ਜਿਉਣਾ ਝੂਠ। ਗੁਰੂ ਸਾਹਿਬ ਜੀ ਕਹਿੰਦੇ ਵੀ ਇਹਨੂੰ ਪਤਾ ਲੱਗ ਗਿਆ। ਹੁਣ ਸ਼ਬਦ ਬੜੇ ਸੋਹਣੇ ਸੀ, ਸ਼ਬਦ ਇੱਥੇ ਬੈਠ ਕੇ ਮੈਂ ਵੀ ਬੜੇ ਸੋਹਣੇ ਬੋਲ ਸਕਦਾ।
ਪਰ ਉਸ ਸੋਹਣੇ ਸ਼ਬਦਾਂ ਦੀ ਰੇਂਜ ਕਿੰਨੀ ਕੁ ਹੈ ਦੂਸਰਿਆਂ ਤੱਕ। ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਾ ਜੀ ਜਾਓ ਉਸ ਬੰਦੇ ਨੂੰ ਲੱਭ ਕੇ ਲਿਆਓ, ਉਹਨੂੰ ਤੇ ਸਮਝ ਆ ਗਈ, ਉਹ ਤੇ ਸਿਆਣਾ ਹੋ ਗਿਆ, ਉਹਨੂੰ ਤੇ ਸੱਚ ਤੇ ਝੂਠ ਦਾ ਪਤਾ ਲੱਗ ਗਿਆ। ਮਰਨਾ ਸੱਚ, ਜਿਉਣਾ ਝੂਠ। ਗੱਲ ਘੁੰਡੀ ਇੰਨੀ ਹੈ ਸਮਝਣ ਵਾਲੀ ਸਾਧ ਸੰਗਤ ਜੀ। ਮਾਰੇ ਕਹਿੰਦੇ ਕੋਈ ਲੈ ਕੇ ਆਓ। ਗੁਰੂ ਸਾਹਿਬ ਜੀ ਕਹਿਣ ਲੱਗੇ ਵਾਹ ਵਾਹ ਸ਼ਾਬਾਸ਼, ਤੂੰ ਤੇ ਬੜਾ ਸਿਆਣਾ, ਤੂੰ ਤੇ ਕਮਾਲ ਗੱਲਾਂ ਕਰਦਾ। ਹੁਣ ਗੱਲਾਂ ਸੁਣ ਕੇ ਤੇ ਅਗਲਾ ਕਹਿੰਦਾ ਹੀ ਹੈ ਨਾ ਵੀ ਕਮਾਲ ਗੱਲਾਂ ਕਰਦਾ ਤੂੰ। ਪਰ ਗੱਲਾਂ ਗੱਲਾਂ ਤੱਕ ਹੀ ਸਨ ਨਾ ਜੀ। ਜਦੋਂ ਮਾੜਾ ਮੋਟਾ ਬਾਬਾ ਜੀ ਨੇ ਸਿਫਤ ਕੀਤੀ ਨਾ ਤੇ ਮਹਾਰਾਜ ਕਹਿੰਦੇ ਚੱਲ ਚੱਲੀ ਸਾਡੇ ਨਾਲ ਥੋੜੀ ਬਾਟ। ਇਹ ਚੱਲ ਪਿਆ, ਥੋੜਾ ਫੁੱਲ ਗਿਆ ਵੀ ਮੈਂ ਸਿਆਣਿਆਂ ਦੀ ਗਿਣਤੀ 'ਚ ਆ ਗਿਆ। ਸਾਰੇ ਸਿਆਲਕੋਟ 'ਚ ਹੋਰ ਕੋਈ ਬੰਦਾ ਹੀ ਨਹੀਂ ਸੀ ਸਿਆਣਾ ਮੇਰੇ ਵਰਗਾ। ਇਹ ਚਲਿਆ ਗਿਆ ਸਾਧ ਸੰਗਤ। ਹੁਣ ਗੁਰੂ ਸਾਹਿਬ ਜੀ ਜਗਤ ਧਾਰਕ ਬੇਪਰਵਾਹ ਪਾਤਸ਼ਾਹ, ਕਈ ਦਿਨ ਲੰਘ ਗਏ ਤੇ ਚਲੋ ਮੈਂ ਗੱਲ ਸੰਖੇਪ ਕਰਾਂ। ਕਈ ਦਿਨਾਂ ਦੇ ਬਾਅਦ ਮੂਲਾ ਘਰ ਆ ਗਿਆ, ਪਰਤ ਆਇਆ ਤੇ ਘਰ ਦੀ ਖਿਜੀ ਖਪੀ। ਕੁਝ ਸਮੇਂ ਬਾਅਦ ਗੁਰੂ ਨਾਨਕ ਸਾਹਿਬ ਫੇਰ ਗਏ ਤੇ ਮਹਾਰਾਜ ਕਹਿਣ ਲੱਗੇ ਮਰਦਾਨਾ ਜੀ ਉਹ ਜਿਹੜਾ ਸਿਆਣਾ ਬੰਦਾ ਸੀ ਉਹ ਬੋਲਦਾ, ਗੱਲਾਂ ਬੜੀਆਂ ਸੋਹਣੀਆਂ ਕੀਤੀਆਂ ਉਹਨੇ, ਉਹਦੇ ਘਰ ਚੱਲੀਏ। ਜਿਹੜਾ ਸਿਆਣੀਆਂ ਗੱਲਾਂ ਕਰਦਾ ਸੀ, ਜਿਹੜਾ ਸੋਹਣੀਆਂ ਗੱਲਾਂ ਕਰਦਾ ਸੀ, ਜਿਹੜਾ ਖਰੇ ਬੋਲ ਬੋਲਦਾ ਸੀ, ਉਹਦੇ ਘਰ ਚੱਲੀਏ। ਕਹਿੰਦੇ ਚਲੋ। ਤੇ ਮੂਲੇ ਦੀ ਘਰ ਵਾਲੀ ਨੇ ਵੇਖ ਲਿਆ ਵੀ ਉਹ ਬਾਬਾ ਤੇ ਫੇਰ ਆਉਂਦਾ, ਉਹਦੇ ਸਾਥੀ ਉਹ ਬਾਬੇ ਜਿਹੜੇ ਆਏ ਸੀ ਉਦਣ, ਜਿਹੜੇ ਮੂਲੇ ਨੂੰ ਲੈ ਗਏ ਸੀ ਨਾਲ, ਤੇ ਮੁੜ ਕੇ ਮਹੀਨਿਆਂ ਬੱਦੀ ਮੁੜਨ ਨਹੀਂ ਦਿੱਤਾ। ਤੇ ਉਹ ਤੇ ਫੇਰ ਆ ਗਏ ਤੇ ਫੇਰ ਨਾ ਲੈ ਜਾਣ ਕਿਤੇ। ਉਹਨੇ ਦਬਕਾ ਮਾਰਿਆ ਘਰ ਵਾਲੀ ਨੇ ਤੇ ਲੁਕਾ ਦਿੱਤਾ। ਪਾਥੀਆਂ ਦਾ ਘੀਰਾ ਲਾਇਆ ਸੀ ਤੇ ਘੀਰੇ ਵਿੱਚ ਲੁਕਾ ਦਿੱਤਾ। ਜਦੋਂ ਬਾਬਾ ਜੀ ਗਏ ਮਰਦਾਨਾ ਜੀ ਨੇ ਪੁੱਛਿਆ ਵੀ ਕਿੱਥੇ ਹੈ ਮੂਲਾ, ਤੇ ਉਹ ਕਹਿੰਦੇ ਹੈ ਨਹੀਂ ਘਰ, ਹੈ ਨਹੀਂ ਘਰ। ਦੋ ਤਿੰਨ ਵਾਰੀ ਪੁੱਛਿਆ ਮਹਾਰਾਜ ਨੇ, ਕਹਿੰਦੇ ਹੈਗਾ ਮੂਲਾ ਘਰ, ਕਹਿੰਦੇ ਹੈ ਨਹੀਂ। ਕਹਿੰਦੇ ਚਲੋ ਨਹੀਂ ਹੋਣਾ। ਮਹਾਰਾਜ ਆ ਗਏ ਤੇ ਮੂਲੇ ਨੂੰ ਸੱਪ ਲੜ ਗਿਆ ਜੀ ਉੱਥੋਂ ਘੀਰੇ ਵਿੱਚੋਂ। ਇਹੋ ਜਿਹੇ ਵੀਰਾਨ ਥਾਵਾਂ ਤੇ ਕਈ ਵਾਰੀ ਬੈਠ ਜਾਂਦੇ ਸੱਪ। ਸੱਪ ਲੜ ਗਿਆ ਤੇ ਮੂਲੇ ਦੀ ਮੌਤ ਹੋ ਗਈ। ਮੇਰਾ ਗੁਰੂ ਤਾਰਨਹਾਰ ਹੈ, ਇਹਦੇ 'ਚ ਕੋਈ ਸ਼ੰਕਾ ਨਹੀਂ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਘਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਹੁਣ ਇਹ ਤੇ ਗੁਰੂ ਦਾ ਬਿਰਧ ਹੈ ਨਾ ਵੀ ਜਿਹੜਾ ਇੱਕ ਵਾਰੀ ਸ਼ਰਨ ਆਇਆ ਭਾਵੇਂ ਕਿਤੇ ਜਨਮ ਲੰਘ ਜਾਣ ਤਾਰ ਤੇ ਦੇਣਾ ਹੀ ਆ। ਉਹ ਅਗਲੀ ਗੱਲ ਆ ਵੀ ਕਿਵੇਂ ਉਧਾਰ ਹੋਇਆ ਮੂਲੇ ਦਾ। ਪਰ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ, ਜਿਹੜੀ ਇਸ ਵਿਸ਼ੇ ਨਾਲ ਜੁੜੀ ਹੋਈ ਹੈ, ਕਿ ਮੂਲੇ ਨੂੰ ਇਸ ਗੱਲ ਦਾ ਗਿਆਨ ਹੈ ਕਿ ਮਰਨਾ ਸੱਚ ਤੇ ਜੂਣਾ ਝੂਠ। ਪਰ ਜਦੋਂ ਕਮਾਉਣ ਦਾ ਵੇਲਾ ਆਇਆ ਉਦੋਂ ਜ਼ਿੰਦਗੀ ਲੁਕਾ ਕੇ ਬੈਠ ਗਿਆ ਤੇ ਮੌਤ ਤਾਂ ਵੀ ਆ ਗਈ। ਤੇ ਜੇ ਗੁਰੂ ਨਾਲ ਹੀ ਤੁਰ ਪੈਂਦਾ ਭਾਈ, ਗੱਲਾਂ ਸੋਹਣੀਆਂ ਸੀ ਨਾ, ਤੇ ਅਮਲ ਦਾ ਵੇਲਾ ਆਇਆ ਤੇ ਲੁਕ ਗਿਆ। ਜ਼ੁਬਾਨ ਦੇ ਉੱਤੇ ਬਾਤਾਂ ਸੋਹਣੀਆਂ ਸਨ ਪਰ ਅੰਦਰ ਕੁਝ ਹੋਰ ਸੀ, ਜ਼ੁਬਾਨ ਤੇ ਕੁਝ ਹੋਰ ਸੀ। ਜਿਹਨੂੰ ਬਾਬਾ ਜੀ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਮਨ ਹੋਰ ਮੁਖ ਹੋਰ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ। ਇਹ ਨੇ ਗੁਰਮੁਖੋ ਜਿਹੜੇ ਅੰਦਰੋਂ ਬਾਹਰੋਂ ਐ ਕਮਾਇਆ ਸੱਚ। ਇੱਥੇ ਬੈਠ ਕੇ ਮੇਰੀਆਂ ਗੱਲਾਂ ਕੁਝ ਹੋਰ ਹੋ ਸਕਦੀਆਂ। ਗੁਰੂ ਮੋਹਰ ਕਿਹਨਾਂ ਦੇ ਉੱਤੇ ਲਾਉਂਦਾ? ਫਿਰ ਇਹ ਬਚਨਾਂ ਨੂੰ ਤੁਸੀਂ ਜਿਹੜੇ ਨਿਤਨੇਮੀ ਸਿੱਖ ਨੇ ਰੋਜ਼ ਪੜ੍ਹਦੇ ਆ, ਪਰ ਇਹਨੂੰ ਥੋੜ੍ਹੀ ਤਵੱਜੋ ਦੇ ਕੇ, ਕਿ ਉਹ ਸੁਣਨਾ ਨਾ ਤਾਂ ਕਿ ਸੱਚ ਅੰਦਰ ਜਾਏ। ਸੁਣਿਆ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਹੁੰਦਾ ਕੀ ਹੈ? ਜੀਉ ਮੈਲੇ ਬਾਹਰੋਂ ਨਿਰਮਲ। ਜੀਉ ਮੈਲੇ ਬਾਹਰੋਂ ਨਿਰਮਲ ਨਹੀਂ, ਜੀਉ ਤਾਂ ਮੈਲੇ ਬਾਹਰੋਂ ਨਿਰਮਲ। ਇੱਦਾਂ ਨਹੀਂ ਜਿਉਣਾ ਸਾਧ ਸੰਗਤ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ
किते कन्नां 'च सो ना पै जे कूड़ दी। तेरी जिंदगी 'च सुनना की सच, ते सच कित्थे है? इस खजाने 'च। बाकी की है? नाम बिना सब, बोलो ना भैनों, नाम बिना सब कूड़। कूड़ किनू कहंदे आ? झूठ नूं। कूड़ राजा, कूड़ प्रजा, कूड़ सब संसार, कूड़ कूड़े नेह लगा विसरिया करतार। नाम बिना सब कूड़ गाली होशियां, सब कूड़ सिमरत वेद पुराण पुकारन पोथियां। बड़ा ज्ञान, बड़ी बड़ी चर्चा, बड़ियां अकलां, पर वाहिगुरू जी की उस्तत कीर्ति बंदगी तो बिना सब कूड़, सब कूड़। कूड़ कमा के कित्थों पार लंघांगे पई। सिख ने कूड़ नहीं कमाउणा, वाकई सच बोलना है, पर सच बोलना ही नहीं, सच कमाउणा भी है। साध संगत, साडी सच की व्याख्या कई बारी छोटी हो जाती है कि जे मैनू फिट बहिंदा, मैनू फिट बहिंदा, फिर तो मैं तारीफ करांगा भी वाह वाह। तो जे सच की तोप का मूँह मेरे वाल नूं हो गया, फिर वो सच औखा करता। साध संगत जी, मन होर मुख होर से कांडे कच्चे नहीं, ये राह ते नहीं तुरना सी। साडा सच किस तरह का होवे जिहदे ते गुरु मोहर ला के कहंदा है कि कूड़ की सोए पहुँचै नाही मनसा सच समाणी। ते महाराज कहंदे आ हन वो लोग जिहड़े सच कमा के गए। जन्म रतन जिनी खट्टिया। भैणों ना गल्लां ना करो, की कर रहे हो बच्चियो धीओ, ना करो। जो गल करनी है चले जाओ उठ के, आओ सारे, जो बोलना ही है ना आओ बोलीए। मोर जो गुरु लाउंदे, भले सेवण जा रे, भले सेवण जा रे, भले जन्म रतन जिनी खट्टिया, जन्म रतन जिनी खट्टिया। भले सेवण जा रे, भले सेवण जा रे, भले खट्टिया कमाया जिन्हों ने। साध संगत, दूजे पासे क्या भी जिन मन होर मुख होर से कांडे कच्चे आ। एक पासे क्या कूड़ की सोए पहुंचा ना ही। किद्दां बचना असीं कूड़ तो? साध संगत, साडे घरां ने, साडी घर की पवित्र कमाई ने, इहदे उत्ते कुंडा होना है। आ जिहड़ा धर्म का कुंडा, हस्ती सिर ज्यों अंकस है। हाथी दे सिर ते किड्डा बलवान है हाथी, ते कुंडे दे इशारे ते मुड़दा नहीं। हस्ती सिर ज्यों अंकस है, हरण ज्यों सिर दे। मन तन आज्ञा राख कै उबी सेव करे, इयों गुरमुख आप निवारिए सब राज सृष्ट का दे। ये कुंडा होना सी साडे उत्ते। साध संगत जी, गुरु साहब जी कहंदे भी इस कुंडे दे अधीन, ये जड़ा गुरु दे हुक्म दा कुंडा है, जिन्हें तेरी जिंदगी च सच पैदा करना है, जिन्हें तेरे स्रोतां विच, तेरी जीभ ते तेरियां अखां च, तेरे हर कर्म इंद्रे नूं सच विच सरशार करना है। जे तू उस कंट्रोल तो, उस निजमावली तो, उस डिसिपलिन तो सखना है। डिसिपलिन है ना हर एक चीज़ का, एक सूरज के चलन का डिसिपलिन है, चंद्रमे का डिसिपलिन है, हवा का डिसिपलिन, पानी का डिसिपलिन है। 3 हिस्से दुनिया उत्ते पानी है, एक हिस्सा धरती है। तो कितना परमेश्वर ने डिसिपलिन च ही तो रखी हुई है ना, नहीं तो धरती तो हुण डुब जाती, खुर जाती। मर्यादा है ना एक जी। सो सच साडी जिंदगी की एक मर्यादा है। साध संगत, सच साडी जिंदगी का गहना है, सच साडी इबादत है, सच साडा रब है जिहड़ा गुणा राही अंदर प्रवेश करता है। जदों वो डिसिपलिन कुंडा साडे सिर ते है नहीं, फिर की कमावांगे तुसीं दसो? तग ना इंदरी, तग ना नाड़ी,
ਭਲਕੇ ਸੁਣਦੇ ਹੋ ਆਸਾ ਜੀ ਕੀ ਵਾਰ ਟੈਲੀਵਿਜ਼ਨ ਦਾ ਸੁੱਚ ਲਾਉਂਦੇ ਹੋ ਰੋਜ਼ ਅੰਮ੍ਰਿਤ ਵੇਲੇ, ਤੇ ਫਿਰ ਉਸ ਬੰਦੇ ਦੀ ਪੱਤ ਕੀ ਬਣਦੀ ਜੀ ਜਦੋਂ ਇਹ ਸੰਜਮ ਕੰਟਰੋਲ ਜਾਬਤਾ ਮੁੱਕ ਜਾਏ। ਸਾਡੀ ਜ਼ਿੰਦਗੀ ਦੀ ਰਾਮਕਾਰ ਹੈ ਇਹ ਸੱਚ। ਤੇ ਜੇ ਇਹ ਲਕੀਰ ਤੋਂ ਅਸੀਂ ਆਪ ਹੁਦਰੇ ਹੋ ਜਾਈਏ, ਬਾਗੀ ਹੋ ਜਾਈਏ, ਆਕੀ ਹੋ ਜਾਈਏ, ਇਹਨੂੰ ਕੁੰਡਾ ਕਹਿ ਲਈਏ, ਇਹਨੂੰ ਮਰਿਆਦਾ ਕਹਿ ਲਈਏ, ਸੰਜਮ ਕਹਿ ਲਈਏ, ਤੇ ਜੇ ਅਸੀਂ ਆਕੀ ਹੋ ਜਾਈਏ ਮੁਨਕਰ ਆ ਜੀ, ਅਸੀਂ ਨਹੀਂ ਮੰਨਦੇ। ਗੁਰੂ ਸਾਹਿਬ ਜੀ ਕਹਿੰਦੇ ਫਿਰ ਕੀ ਫਰਕ ਪੈਂਦਾ ਹੈ ਬਾਹਰ ਮੁਖੀ ਦਿਖਾਵੇ ਦਾ, ਤੇਰੇ ਕਰਮ ਇੰਦਰੇ ਕੀ ਕਮਾ ਰਹੇ ਆ। ਜਦੋਂ ਇਹ ਸਾਰਾ ਕੁਝ ਤੱਗ ਤੋਂ ਮਤਲਬ ਇੱਕ ਕੰਟਰੋਲ ਤੋਂ, ਇੱਕ ਜਾਬਤੇ ਤੋਂ ਆਕੀ ਹੋ ਗਿਆ, ਤੇ ਫਿਰ ਇਹ ਕਰਮ ਇੰਦਰ ਸਾਡੇ ਕੀ ਕਮਾ ਰਹੇ ਆ। ਸਾਧ ਸੰਗਤ, ਤੱਗ ਨਾ ਇੰਦਰੀ ਤੱਗ ਨਾ ਨਾੜੀ ਭਲਕੇ ਥੁੱਕ ਪਵੇ। ਥੁੱਕਾਂ ਦਾ ਅਰਥ ਕੀ ਹੁੰਦਾ? ਬੇਪਤੀ। ਦਾੜੀ ਤੇ ਥੁੱਕ ਇੱਕ ਪ੍ਰਤੀਕ ਹੈ ਨਾ, ਇੱਕ ਸਿੰਬਲ ਵਰਤਿਆ। ਦਾੜੀ ਇੱਜ਼ਤ ਦਾ ਪ੍ਰਤੀਕ ਹੈ, ਫਿਰ ਉਸ ਇੱਜ਼ਤ ਤੇ ਥੁੱਕਾਂ ਪੈਂਦੀਆਂ। ਤੱਗ ਨਾ ਪੈਰੀ ਤੱਗ ਨਾ ਹੱਥੀਂ, ਤੱਗ ਨਾ ਜਿਹਵਾ ਤੱਗ ਨਾ ਅੱਖੀਂ। ਕੁਛ ਹੈਗਾ ਅੱਖਾਂ ਤੇ ਵੀ, ਕੁਛ ਜੀਭ ਤੇ ਵੀ ਹੈ, ਕੋਈ ਪੈਰਾਂ ਹੱਥਾਂ ਤੇ ਵੀ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀ ਹੈ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਬਾਸ ਲਿਆ ਦੁਰਗੰਧ ਸੁਬਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕੂੜ ਤੇ ਸੱਚ ਹੈ ਨਾ, ਜਿਵੇਂ ਦਿਨ ਤੇ ਰਾਤ ਹੈ, ਕੰਪੈਰੀਜ਼ਨ ਹੈ ਨਾ ਆਪਸ 'ਚ। ਸੱਚ ਦੇ ਕੰਪੈਰੇਟਿਵਲੀ ਕੀ ਖੜਾ? ਕੂੜ। ਤੇ ਕੂੜ ਦੇ ਭਰੋਸੇ ਤੇ ਵੀ ਕੋਈ ਜੀਆ ਜ਼ਿੰਦਗੀ 'ਚ, ਉੱਥੇ ਤੇ ਮੁਰਦੇ ਨੇ ਸਾਰੇ ਬਈ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਤੇ ਤਮੁਖ ਥੁੱਕਾਂ, ਕੀ ਬਣੇਗਾ ਫਿਰ ਸਾਡਾ? ਗੁਰਮੁਖੋ ਇਹਦੀ ਵਿਆਖਿਆ ਸਮਝ ਲਈਏ ਆਪਾਂ ਜੀ। ਯਕੀਨ ਕਰਿਓ, ਮੈਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਇਮਾਨਦਾਰੀ ਨਾਲ ਕਹਿੰਦਾ, ਸੱਚ ਸ਼ੀਸ਼ਾ ਹੈ, ਤੇ ਜਦੋਂ ਮੈਂ ਇਸ ਸ਼ੀਸ਼ੇ ਸਾਹਮਣੇ ਹੁੰਦਾ ਤੇ ਮੈਨੂੰ ਡਰ ਆਉਂਦਾ ਹੈ। ਆਪਣੀ ਕਾਲਖ ਨਜ਼ਰ ਆਉਂਦੀ ਹੈ, ਆਪਣੇ ਦਾਗ ਨਜ਼ਰ ਆਉਂਦੇ ਆ, ਆਪਣੇ ਗੁਨਾਹ ਨਜ਼ਰ ਆਉਂਦੇ ਆ। ਤੇ ਇਹ ਸ਼ੀਸ਼ਾ ਦੂਜਿਆਂ ਨੂੰ ਦਿਖਾਉਣ ਵਾਸਤੇ ਨਹੀਂ। ਪਹਿਲਾਂ ਮੈਂ ਜੇ ਆਪਣੇ ਆਪ ਨੂੰ ਉਜਲਾ ਕਰਨਾ ਤੇ ਮੈਂ ਪਹਿਲਾਂ ਆਪਣੇ ਆਪ ਉਸ ਸ਼ੀਸ਼ੇ ਦੇ ਸਾਹਮਣੇ ਹੋਵਾਂ। ਉਹ ਇੱਕ ਗਾਥਾ ਹੈ ਬੜੀ ਪਿਆਰੀ ਜੀ। ਕਹਿੰਦੇ ਕੋਈ ਬੰਦਾ ਬਲਾਈਂਡ ਸੀ, ਅੰਨਾ ਸੀ। ਅੱਧੀ ਰਾਤ ਦਾ ਵੇਲਾ, ਇੱਕ ਪਿੰਡ ਤੋਂ ਉਹਨੇ ਦੂਜੇ ਪਿੰਡ ਜਾਣਾ ਸੀ। ਤੇ ਜਦੋਂ ਤੁਰਨ ਲੱਗਾ ਨਾ ਜੀ ਉਹ, ਤੇ ਉਹਨੇ ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਕਿਹਾ ਕਿ ਲਾਲਟੈਨ ਜਗਾ ਕੇ ਮੇਰੇ ਹੱਥ 'ਚ ਫੜਾ ਦਿਓ। ਲਾਲਟੈਨ ਹੁੰਦੀ ਸੀ ਉਸ ਵੇਲੇ, ਜਿਵੇਂ ਟਾਰਚ ਦੀ ਅੱਜ ਅਸੀਂ ਮਦਦ ਲੈਂਦੇ ਹਾਂ। ਬਲਾਈਂਡ ਹੈ ਤੇ ਕਹਿੰਦਾ ਲਾਲਟੈਨ ਦੇ ਦਿਓ। ਰੋਸ਼ਨੀ ਤੇ ਵੇਖ ਨਹੀਂ ਸਕਣੀ ਤੂੰ, ਅੱਧੀ ਰਾਤ ਹੈ। ਤੇ ਬਲਾਈਂਡ ਵਾਸਤੇ ਅੱਧੀ ਰਾਤ ਹੋਵੇ ਭਾਵੇਂ ਅੱਧਾ ਦਿਨ ਹੋਵੇ, ਉਹਨੂੰ ਕੀ ਫਰਕ ਪੈਂਦਾ? ਨਾ ਉਹਨੂੰ ਦੁਪਹਿਰ 'ਚ ਦਿਸਦਾ ਨਾ ਰਾਤ ਦਿਸਦਾ। ਤੇ ਇਹ ਬੰਦਾ ਕਹਿਣ ਲੱਗਾ ਜੀ ਮੈਂ ਲਾਲਟੈਨ ਆਪਣੇ ਵਾਸਤੇ ਨਹੀਂ ਲੈ ਰਿਹਾ, ਜਿਹੜਾ ਕੋਈ ਅੱਗੋਂ ਆਉਂਦਾ ਹੋਏਗਾ ਨਾ ਉਹਨੂੰ ਲਾਈਟ ਦਿਸ ਜਾਏ। ਮੈਨੂੰ ਤੇ ਲਾਈਟ ਨਹੀਂ ਦਿਸਦੀ, ਤੇ ਮੈਂ ਲਾਲਟੈਨ ਇਸ ਲਈ ਫੜੀ ਹੈ ਕਿ ਜਿਹੜਾ ਕੋਈ ਅੱਧੀ ਰਾਤ ਨੂੰ ਅੱਗੋਂ ਆਉਂਦਾ ਹੋਏਗਾ ਉਹਨੂੰ ਲਾਈਟ ਦਿਸ ਜਾਏ। ਗੱਡੀ ਦੇ ਪਿਛਲੇ ਪਾਸੇ ਲਾਈਟ, ਮੋਟਰਸਾਈਕਲ ਦੇ ਪਿਛਲੇ ਪਾਸੇ ਲਾਈਟ ਕਿਉਂ ਹੁੰਦੀ ਹੈ? ਵੀ ਜਿਹੜਾ ਕੋਈ ਪਿੱਛੋਂ ਆਉਂਦਾ, ਜੇ ਉਹਦੀ ਲਾਈਟ ਨਹੀਂ ਹੈ ਤੇ ਉਹਨੂੰ ਸਾਡੇ ਵਾਲੀ ਲਾਈਟ ਦਿਸ ਜਾਏ। ਹੁਣ ਉਹ ਕਹਾਣੀ ਲਿਖਣ ਵਾਲੇ ਨੇ ਬੜੀ ਖੂਬਸੂਰਤ ਲਿਖੀ ਜੀ। ਇਸੇ ਤਰ੍ਹਾਂ ਕਹਿੰਦੇ ਕੋਈ ਦੂਸਰਾ ਬੰਦਾ ਵੀ ਤੁਰ ਪਿਆ ਦੂਜੇ ਪਿੰਡ ਤੋਂ, ਉਹ ਵੀ ਇਸ ਪਿੰਡ ਨੂੰ ਆ ਰਿਹਾ ਸੀ। ਤੇ ਕਲਪਨਾ ਹੈ ਨਾ ਜੀ, ਸਾਨੂੰ ਸਮਝਾਉਣ ਵਾਸਤੇ ਇੱਕ ਖਿਆਲਾਂ ਦੀ ਉਡਾਰੀ ਹੈ। ਉਹ ਬੰਦਾ ਵੀ ਬਲਾਈਂਡ ਸੀ ਜੀ, ਰੱਬ ਦੀ ਕਰਨੀ। ਤੇ ਉਹਨੇ ਵੀ ਇੱਦਾਂ ਹੀ ਕਿਹਾ ਕਿ ਮੈਨੂੰ ਤੇ ਲਾਈਟ ਨਹੀਂ ਦਿਸਦੀ, ਤੇ ਕੋਈ ਆਉਂਦਾ ਹੋਏਗਾ ਉਹਨੂੰ ਲਾਈਟ ਦਿਸ ਜਾਏਗੀ, ਮੈਨੂੰ ਲਾਲਟੈਨ ਦੇ ਦਿਓ। ਦੋਨੋਂ ਤੁਰ ਪਏ, ਇੱਕ ਪਾਸਿਓਂ ਇਹ ਇੱਕ ਪਾਸਿਓਂ ਉਹ। ਪਗਡੰਡੀ ਤੋਂ ਦੀ ਗੁਜ਼ਰਨਾ, ਤੇ ਜਦੋਂ ਤੁਰੇ ਆਉਂਦੇ ਆ ਤੇ ਜਦੋਂ ਆਏ ਸਾਹਮਣੇ ਟਕਰਾ ਗਏ, ਡਿੱਗ ਪਏ। ਪਹਿਲਾ ਸ਼ਬਦ ਦੋਨਾਂ ਦੀ ਜ਼ੁਬਾਨ ਤੋਂ ਇੱਕਦਮ ਨਿਕਲਿਆ, ਲਾਈਟ ਨਹੀਂ ਦਿਸਦੀ।
ਤੇ 2 ਮਿੰਟ ਬਾਅਦ ਰੌਲੇ ਰੱਪੇ ਦੇ ਬਾਅਦ ਸਮਝ ਆ ਗਈ ਕਿ ਨਹੀਂ ਦਿਸਦੀ। ਲਾਈਟ ਤੇ ਸੀ ਸਾਧ ਸੰਗਤ, ਪਰ ਆਪਣੇ ਵਾਸਤੇ ਨਹੀਂ ਸੀ, ਦੂਜਿਆਂ ਵਾਸਤੇ ਸੀ। ਦੋਨਾਂ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਵੀ ਦੂਜੇ ਵਾਸਤੇ ਲਿਆਇਆ ਸੀ ਤੇ ਉਹ ਵੀ ਦੂਜੇ ਵਾਸਤੇ ਲਿਆਇਆ ਸੀ। ਲਾਈਟ ਤੇ ਹੈਗੀ ਸੀ, ਰੋਸ਼ਨੀ ਤੇ ਹੈਗੀ ਸੀ, ਰੋਸ਼ਨੀ ਤੇ ਰਾਹ ਦੱਸਦੀ ਹੈ, ਪਰ ਮੈਂ ਦੂਸਰੇ ਵਾਸਤੇ ਫੜੀ ਸੀ, ਆਪਣੇ ਵਾਸਤੇ ਨਹੀਂ ਸੀ ਫੜੀ। ਫਿਰ ਪਤਾ ਲੱਗਿਆ ਕਿ ਮੇਰੀਆਂ ਤੇ ਅੱਖਾਂ ਤੇ ਪੱਟੀ ਵੱਜੀ, ਮੈਂ ਤੇ ਅੰਨਾ ਹੀ ਹਾਂ, ਪਰ ਮੈਂ ਚਾਹੁੰਦਾ ਸੀ ਲੋਕਾਂ ਨੂੰ ਲਾਈਟ ਦਿਸ ਜਾਏ। ਸਾਧ ਸੰਗਤ ਜੀ, ਮੇਰੇ ਵਰਗੇ ਮਨੁੱਖ ਸੱਚ ਦੇ ਪ੍ਰਚਾਰਕ ਬਣ ਕੇ ਕੁਛ ਇੱਦਾਂ ਹੀ ਲਾਈਟ ਲੈ ਕੇ ਤੁਰੇ ਹੋਏ। ਸੱਚ ਦੀ ਮਿਸਾਲ ਜਗ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜਾ ਰਾਹ ਦੱਸਣ ਵਾਸਤੇ ਤੁਰਿਆ ਸੀ ਨਾ, ਉਹਨੇ ਕਿਹਾ ਵੀ ਮੈਂ ਆਪਣੇ ਲਈ ਨਹੀਂ, ਲੋਕਾਂ ਵਾਸਤੇ ਲੈ ਕੇ ਚੱਲਿਆ। ਆਪਣੇ ਘਰ 'ਚ ਸ਼ਗਨ ਪਸ਼ਗਨ, ਵਹਿਮ ਭਰਮ, ਜੋ ਦੁਨੀਆ ਦੇ ਪਖੰਡ, ਜੋ ਮਨ ਮਤ, ਜੋ ਅੰਧ ਵਿਸ਼ਵਾਸ। ਪਤਾ ਕਦੋਂ ਥਰਮਾਮੀਟਰ ਲੱਗਦਾ? ਕਿਸੇ ਦੇ ਘਰ ਬੱਚੇ ਦਾ ਜਨਮ ਦਿਨ ਹੋਵੇ, ਧੀ ਪੁੱਤ ਦਾ ਵਿਆਹ ਹੋਵੇ, ਬੇਬੇ ਬਾਪੂ ਚਲਾਣਾ ਕਰ ਜਾਣ, ਜਦੋਂ ਸਮਾਜਿਕ ਪ੍ਰੋਗਰਾਮ ਦਾ ਫੰਕਸ਼ਨ ਕੋਈ, ਉਦੋਂ ਥਰਮਾਮੀਟਰ ਲੱਗਦਾ ਵੀ ਇਹ ਗਿਆਨੀ ਜੀ ਬੜਾ ਸੱਚ ਬੋਲਦੇ ਸੀ ਸਟੇਜ 'ਤੇ, ਹੁਣ ਵੇਖੀਏ ਇਹਨਾਂ ਦੇ ਘਰ ਕੀ ਕੀ ਹੁੰਦਾ। ਤੇ ਗਿਆਨੀ ਜੀ ਘਰ ਦੀ ਤੋਂ ਡਰਦਾ ਹੀ ਲਾਲ ਧਾਗੇ ਬੰਨੀ ਫਿਰਦਾ, ਵੀ ਜੀ ਉਹਨੇ ਕਹਿਣਾ ਵੀ ਬੰਨਿਆ ਕਿਉਂ ਨਹੀਂ, ਅਪਸ਼ਗਨ ਹੋ ਜਾਣਾ। ਹੁਣ ਸੱਚ ਦੀ ਪਹਿਰੇਦਾਰੀ ਕਿੱਥੇ ਗਈ? ਮੈਂ ਕਹਿੰਦਾ ਜੀ, ਕਿੰਨੇ ਮੈਂਬਰ ਆਪਾਂ ਸੰਸਥਾ ਦੇ? ਗੁਰੂ ਮਾਨਿਓ ਗ੍ਰੰਥ 15 ਮੈਂਬਰ। ਆਪਣੇ ਆਪਣੇ ਘਰ ਤੋਂ ਸ਼ੁਰੂ ਕਰ ਲਈਏ ਸਾਰੇ। ਆਪਾਂ ਜਿੰਨੇ ਗ੍ਰੰਥੀ, ਮੈਂ ਤੁਹਾਨੂੰ ਉਦਾਹਰਨ ਦਿੰਦਾ, ਲਗਭਗ 12,500 ਪਿੰਡ ਆ ਪੰਜਾਬ ਦਾ। 12,500 ਪਿੰਡਾਂ ਦੇ ਅੰਦਰ, ਸ਼ਹਿਰਾਂ ਦੇ ਅੰਦਰ ਆਪਾਂ ਮਿੱਥ ਲਈਏ 20,000 ਗੁਰਦੁਆਰਾ ਸਾਹਿਬ ਹੋਣਗੇ। 20,000 ਗੁਰਦੁਆਰਾ ਸਾਹਿਬ ਦੇ ਜੇ ਆਪਾਂ ਮਿਨੀਮਮ 5 ਪ੍ਰਬੰਧਕ ਲਾ ਲਈਏ, ਜੇ ਘੱਟੋ ਘੱਟ, ਹੁਣ 20 ਨੂੰ 5 ਤੇ ਆਪਾਂ ਜ਼ਰਬ ਕਰਾਂਗੇ 1 ਲੱਖ ਹੋ ਗਿਆ। ਘੱਟੋ ਘੱਟ ਆਪਾਂ 2 ਬੰਦੇ ਲਾ ਲਈਏ। ਬਾਕੀ ਕਈ ਥਾਵਾਂ ਤੇ ਵੱਧ ਵੀ ਸਟਾਫ ਹੁੰਦਾ, ਜਿਹੜੇ ਸੇਵਾ ਨਾਲ ਜੁੜੇ ਹੋਏ ਆ, ਗ੍ਰੰਥੀ ਆ, ਸੇਵਾਦਾਰ ਆ। 40,000 ਇਹ ਹੋ ਗਿਆ। ਲਗਭਗ 1.5 ਲੱਖ ਸਿੱਧੇ ਰੂਪ 'ਚ ਪ੍ਰਬੰਧਕ ਜਾਂ ਗ੍ਰੰਥੀ ਜਾਂ ਰਾਗੀ ਜਾਂ ਮੇਰੇ ਵਰਗਾ ਕਥਾਵਾਚਕ ਹੈਡ ਗ੍ਰੰਥੀ। ਸਿਰਫ ਇਸੇ ਲਈ ਨਾ ਮੈਂ ਫੁੱਲਿਆ ਸਮਾਵਾਂ ਵੀ ਮੈਂ ਫਤਿਹਗੜ੍ਹ ਸਾਹਿਬ ਹੈਡ ਗ੍ਰੰਥੀ ਆ। ਹੁਣ ਮੇਰੇ ਆਪਣੀ ਗਿਣਤੀ ਮੰਨ ਲਓ ਮੋਟੀ ਜੀ, ਮਿਨੀਮਮ ਛੋਟੀ ਤੋਂ ਛੋਟੀ ਇਕਾਈ ਮਿੱਥ ਰਿਹਾ 1.5 ਲੱਖ ਘੱਟ ਤੋਂ ਘੱਟ। ਤੇ 1.5 ਲੱਖ ਦਾ ਜੇ ਪਰਿਵਾਰ ਵਿੱਚ 4 ਮੈਂਬਰ ਵੀ ਹੋਣ ਤੇ ਗਿਣਤੀ ਕਰੋ 6 ਲੱਖ। 6 ਲੱਖ ਬੰਦਾ ਇੱਕ ਦਿਨ ਦੇ ਵਿੱਚ ਗੁਰਬਤ ਦਾ ਧਾਰਨੀ ਹੋ ਸਕਦਾ ਜੇ ਸਾਡੀ ਕਥਨੀ ਤੇ ਕਰਨੀ ਇੱਕੋ ਜਿਹੀ, ਇੱਕ ਦਿਨ ਵਿੱਚ, ਇੱਕ ਘੜੀ ਵਿੱਚ, ਜਿਹੜੇ ਸਿੱਧੇ ਰੂਪ 'ਚ ਜੁੜੇ ਹੋਏ ਆ। ਪਰ ਹੁੰਦਾ ਕੀ ਹੈ ਕਿ ਮੈਂ ਹੈਡ ਗ੍ਰੰਥੀ ਇਸ ਵਾਸਤੇ ਆ ਵੀ ਮੇਰੀ ਰੋਜੀ ਰੋਟੀ ਚੱਲ ਜੇ, ਤੇ ਇਹ ਪ੍ਰਧਾਨ ਜੀ ਇਸ ਵਾਸਤੇ ਆ ਵੀ ਇਹਨਾਂ ਦੀ ਚੌਧਰ ਚੱਲ ਜੇ, ਬਸ। ਤੇ ਉਹ ਜੋ ਅਸੀਂ ਪ੍ਰਚਾਰ ਰਹੇ ਹੁੰਦੇ ਆ, ਉਹ ਲਾਲਟੈਨ ਵਾਂਗ ਲਾਈਟ ਦੂਜਿਆਂ ਵਾਸਤੇ ਰਹਿ ਜਾਂਦੀ ਹੈ। ਮੈਂ ਸੱਖਣੇ ਦਾ ਸੱਚ। ਇਮਾਨਦਾਰੀ ਦੇ ਨਾਲ ਆਪਣੇ ਆਪ ਤੋਂ ਸ਼ੁਰੂ ਕਰੀਏ ਸਾਸੰਗ। ਜੇ ਕੌਮ ਦਾ ਭਲਾ ਚਾਹੁੰਦੇ ਆ ਤੇ ਜੇ ਪੰਥ ਦਾ ਭਲਾ ਚਾਹੁੰਦੇ ਆ, ਤੇ ਇਸ ਸੱਚ ਦੇ ਸ਼ੀਸ਼ੇ ਸਾਹਮਣੇ ਅਸੀਂ ਆਪ ਹੋਈਏ ਪਹਿਲਾਂ। ਇਹਨੂੰ ਪਤਾ ਕੀ ਕਿਹਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ? 10 ਭਾਗਾਂ 'ਚ ਅਰਥ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ। ਹੈਗੇ ਤੁਹਾਡੇ ਘਰਾਂ 'ਚ? ਕਿਹੜੇ ਭੈਣਾਂ ਦੇ ਵੀਰ ਗੁਰਸਿੱਖਾਂ ਘਰ 'ਚ ਹੈਗੇ? ਹੱਥ ਖੜਾ ਕਰਿਓ। 2 ਭੈਣਾਂ। ਉਹਦਾ ਨਾਂ ਪਤਾ ਕੀ ਆ? ਕੀ ਭੈਣੇ? ਪੋਥੀਆਂ ਦਾ ਨਾਂ ਕੀ ਆ? ਉਹਦਾ ਨਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਤੇ ਦਰਪਣ ਦਾ ਅਰਥ ਪਤਾ ਕੀ ਹੁੰਦਾ? ਸ਼ੀਸ਼ਾ। ਵਾਹ, ਕਮਾਲ ਨਾਮ ਰੱਖਿਆ ਜੀ ਉਸ ਪੁਰਖ ਨੇ, ਉਸ ਮਹਾਂਪੁਰਖ ਨੇ। ਹਿੰਦੂ ਘਰ 'ਚ ਜੰਮਿਆ ਸੀ, ਸਿੱਖੀ ਦੀ ਪਾਹ ਚੜੀ, ਕੌਮ ਦੀ ਝੋਲੀ 'ਚ ਵੱਡੀ ਦਾਤ ਉਸ ਮਨੁੱਖ ਨੇ ਪਾਈ, ਤੇ ਉਸ ਮਹਾਂਪੁਰਖ ਨੇ ਨਾਮ ਰੱਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ੀਸ਼ਾ, ਦਰਪਣ। ਇਹਦੀ ਵਿਚਾਰ ਕੀ ਹੈ? ਇਹਦੇ ਅਰਥ ਕੀ ਨੇ? ਸ਼ੀਸ਼ਾ। ਤੇ ਸਭ ਤੋਂ ਪਹਿਲਾਂ ਮੈਂ ਅਰਥ ਕਰ ਰਿਹਾ, ਮੈਂ ਵਿਚਾਰ ਕਰ ਰਿਹਾ, ਤੇ ਇਸ ਸ਼ੀਸ਼ੇ ਦੇ ਸਾਹਮਣੇ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਆਵਾਂ ਵੀ ਮੈਂ ਕਿੱਥੇ ਸਟੈਂਡ ਕਰਦਾ। ਮਾਫੀ ਮੰਗ ਕੇ ਕਹਿੰਦਾ, ਪੀੜਾ ਹੈ ਸਾਡੀ ਕੌਮ ਦੀ। ਕਈ ਵਾਰੀ ਇਹ ਸੱਚ ਔਜ਼ਾਰ ਬਣਾ ਕੇ ਨਾ, ਜਿਵੇਂ ਲੜਾਈ ਵਿੱਚ ਹਥਿਆਰ ਔਜ਼ਾਰ ਬਣਦਾ ਸੀ ਦੂਜੇ ਨੂੰ ਮਾਰਨ ਦਾ, ਇੱਦਾਂ ਹੀ ਦਾ ਹੀ ਅਸੀਂ ਸੱਚ ਔਜ਼ਾਰ ਬਣਾ ਲਿਆ ਦੂਜੇ ਨੂੰ ਨੀਵਾਂ ਦਿਖਾਉਣ ਦਾ। ਆਓ ਮੁੜੀਏ,
आओ गुरु गोबिंद सिंह जी के परिवार नूं गलवक्कड़ी च लईए ते ईमानदारी इत्थों शुरू होनी है, धड़े खत्म करिए। तुसी सुचेत होवो, तुहाडे कोल इन्नी क चेतनता होवे, तुहाडे अंदर दी सोझी धड़ियां दी बदबू नूं समझ लैंदी हो। एक गंदी चीज़ लागों दी कोई लैके लंघे तो बदबू आउंदी है ना जी, धड़ियां दी जिहड़ी पेशकारी है वो बहुत गंदी है। इस बदबू तो बच जाओ। किसी ही धड़ा किया कुड़म सके नाल जवाई, किसी ही धड़ा किया सिकदार चौधरी नाल अपने सवाई। ते गुरसिख दा धड़ा किहड़ा हुंदा? किसी दा ते राजनीतिक पार्टियां नाल धड़ा है, सिकदारां नाल चौधरियां नाल सरकारां नाल धड़ा है। किसी दा अपना है जी, साडा जवाई है, साडा साक है, मेरा कुणबा है, इदां धड़ा है। ते गुरसिख दा धड़ा की हुंदा? बचन ध्यान नाल सुनियो। किसी ही धड़ा किया कुड़म सकै नाल जवाई, किसी ही धड़ा किया सिकदार चौधरी नाल अपने सवाई, अपने स्वार्थ लई। ते सिख नूं गुरु साहब ने सिखाया, हमरा धड़ा हर रहिया समाई, हमरा धड़ा हर रहिया समाई। वादा करो ना, हमरा धड़ा हर रहिया समाई, हमरा धड़ा हर रहिया समाई। साध संगत बड़ी संजीदगी नाल एक गल समझ लीए, साडा घर आनंदपुर साहब है, साडा प्यो गुरु गोबिंद सिंह महाराज है, साडी माँ माता साहिब कौर है। तो फिर असीं की होए? एक परिवार। तो कदी कोई अपने परिवार की खिल्ली उडाउंदा? धी विगड़ जे, पुत विगड़ जे तो उन्होंने घर बैठ के समझाउंदा है कि खिल्ली उडाउंदा है। जस्सा सिंह रामगढ़िया अवग्या हो गई, भुल हो गई उहदे कोलों, पंथ ने दरकिनार कर दिता। तो जदों कोई पंथ नालों टुटदा है ना, जां माड़ी जी भी किते फर्क पैंदे, ते जड़ियां ना सरकारी एजेंसियां वो ऐ मक्खियां वांगू झरमट पा लैंदियां भी तू पंथ नालों टुट सही, तैनूं सांभण वास्ते असीं तैयार हाँ। उस वेले दी सरकार ने भी सांभिया। अदीना बेग सूबा सी, उन्हें कहा मेरे कोल आ जा, मैं सब कुछ देंगा, तू की लैना पंथ कोलों? एवें ही पंथ पंथ कूकी जाते हो, पंथ की दिंदा? इदां कहते हैं जी। जिन्हां दियां बिरतियां विकाऊ हुंदियां ने, अज भी बोलियां लगदियां, बोलियां जमीरां विकदियां। साध संगत जस्सा सिंह रामगढ़िया नूं भी इन बिन अज वांगी कहते की पंथ, पंथ की रखिया छड्ड। अदीना बेग जलंधर का सूबा सी, सरकारी ताकत सी, कहता मेरे को आ, मैं सब देंगा तैनूं, शोहरत शोभा पदवियां देंगा। अज टुटिया होया सी, चलिया गया। तो एक दिन वो वेला आ गया, फिर जेडे काम वास्ते अगले हाकम ने इन्हूं चोगा पाया सी, उन्हें वरतना भी सी जी। उन्हें कहा चल पंथ के विरुद्ध अज बंदूकां चुक, पंथ मारना। ध्यान नाल सुनियो जी। अदीना बेग कहता है जस्सा सिंह रामगढ़िया मेरे को आ, पैसे लै, शोहरत लै, शोभा, सरकारी पदवियां, सरकारी हथ मिल जाने सरकारां नाल, बड़ी वड्डी गल हुंदी है जी। तुसी वेख रहे हो ना जी, तुसी किसानी नूं भी समर्पित किया इस समागम, तो साडे वीर बजुर्ग जाना ला रहे हैं। तो कुछ चलो राजनीतिक लोग हथ मिलाउण ते गल समझ आउंदी है, कुछ धार्मिक भेख विच लुके हुए जिहड़े कौम के दुश्मन ने, इंसानियत के दुश्मन ने, वो भी जाके हथ मिला रहे दिल्ली दीयां सरकारां नाल। किड्डी घिनौनी गल जी। विकण वाला चाहिए, अगले तो मुल पाउंदे आ। तो जिहड़े काम वास्ते उन्होंने हल्लाशेरी दी सी, कहंदे आ हथियार चुको, पंथ मुकाउण जाना, पंथ मारन जाना। कित्थे? अमृतसर साहब, राम रौणी का किला है, उत्थे पंथ बैठा।
ਤੇ ਬੰਦੂਕਾਂ ਚਲਾਉਣੀਆਂ, ਪੰਥ ਅੰਦਰੇ ਭੁੰਨ ਦੇਣਾ। ਜੱਸਾ ਸਿੰਘ ਤੁਰ ਪਿਆ, ਹਥਿਆਰ ਚੁੱਕ ਲਏ, ਫੌਜਾਂ ਚੜ੍ਹ ਪਈਆਂ, ਰਾਮ ਰੌਣੀ ਘੇਰਾ ਪਾ ਲਿਆ ਸ਼੍ਰੀ ਅੰਮ੍ਰਿਤਸਰ ਸਾਹਿਬ। ਬੰਦੂਕਾਂ ਬੀੜ ਦਿੱਤੀਆਂ, ਤੇ ਜਦੋਂ ਮੂੰਹ ਕੀਤਾ ਨਾ ਉਧਰ ਤੀਰਾਂ ਦਾ, ਬੰਦੂਕਾਂ ਦਾ, ਤੇ ਉਸ ਸਿੱਖ ਦੇ ਅੰਦਰੋਂ ਗੁਰੂ ਬੋਲ ਪਿਆ। ਗੁਰੂ ਗੋਬਿੰਦ ਸਿੰਘ ਦਾ ਪੁੱਤ, ਮਾਂ ਸਾਹਿਬ ਕੌਰ ਦਾ ਲਾਲ, ਪੰਥ ਆਨੰਦਪੁਰ ਦਾ ਵਾਸੀ, ਤੂੰ ਕਿਹੜੇ ਪੰਥ ਨੂੰ ਮੁਕਾਉਣ ਵਾਸਤੇ ਆਇਆ? ਤੇ ਉਹ ਭਾਵੇਂ ਗੁਨਾਹਗਾਰ ਵੀ ਸੀ ਨਾ ਜੀ, ਅੰਦਰੋਂ ਚੀਸ ਉੱਠੀ, ਹੀਆ ਨਾ ਪਿਆ, ਰੂਹ ਕੰਬ ਗਈ, ਤੇ ਤੀਰ ਨਾਲ ਚਿੱਠੀ ਬੰਨ੍ਹ ਕੇ ਪੰਥ ਦੇ ਵਿਹੜੇ 'ਚ ਸੁੱਟੀ, ਰਾਮ ਰੌਣੀ ਦੇ ਕਿਲੇ 'ਚ। ਆਖਿਆ, ਪੰਥ ਜੀ ਮੇਰੀ ਭੁੱਲ ਬਖਸ਼ ਦਿਓ, ਮੇਰੇ 'ਚ ਹਿੰਮਤ ਨਹੀਂ ਮੈਂ ਤੁਹਾਡੇ 'ਤੇ ਗੋਲੀ ਚਲਾਵਾਂ, ਮੇਰੀ ਭੁੱਲ ਬਖਸ਼ ਦਿਓ। ਤੇ ਪੰਥ ਵੀ ਬੜੇ ਵੱਡੇ ਜਿਗਰੇ ਵਾਲਾ ਸੀ ਜੀ। ਪੰਥ ਨੇ ਭੁੱਲ ਨਹੀਂ ਚਿਤਾਰੀ, ਸ਼ਰਨ ਆਏ ਦੀ ਭੁੱਲ ਬਖਸ਼ੀ। ਤੇ ਜਿਹੜਾ ਪੰਥ ਮਕਾਉਣ ਆਇਆ ਸੀ ਨਾ ਜੀ, ਉਹਦੀ ਜ਼ਮੀਰ ਜਾਗ ਪਈ, ਉਹਨੇ ਛੱਟ ਲਾ ਦਿੱਤੀ ਗੁਲਾਮੀ ਵਾਲੀ, ਤੇ ਉਹੀ ਸ਼ਸਤਰਾਂ ਦੇ ਮੂੰਹ ਅਦੀਨਾ ਬੇਗ ਵੱਲ ਨੂੰ ਕਰ ਲਏ। ਪੰਥ ਨੇ ਫਤਿਹ ਪ੍ਰਾਪਤ ਕੀਤੀ, ਤੇ ਟੁੱਟੇ ਹੋਏ ਪੰਥ ਨਾਲ ਜੁੜ ਗਏ। ਸੰਜੀਦਗੀ ਸੀ ਜੀ, ਇੱਕ ਦੂਜੇ ਦੀ ਖਿੱਲੀ ਨਹੀਂ ਸੀ ਉਡਾਈ ਜਾਂਦੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮਨ ਨੀਵਾਂ ਕਰਕੇ ਨਾ, ਸਿੱਖਾਂ ਦਾ ਮਨ ਨੀਵਾਂ। ਬਹੁਤ ਕੁਝ ਸਿਖਾਇਆ ਮਹਾਰਾਜ ਨੇ ਸਾਨੂੰ, ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜੁੜ ਜਾਏ। ਮੇਰੀ ਜ਼ੁਬਾਨ ਦਾ ਸੱਚ, ਕਿਤੇ ਮੇਰਾ ਹੰਕਾਰ ਨਾ ਬਣ ਜਾਏ। ਕਈ ਵਾਰੀ ਇਹ ਵੀ ਹੁੰਦਾ ਕਿ ਮੈਂ ਸਾਰੇ ਲੋਕਾਂ ਨੂੰ ਦੱਸਾਂ, ਉਹ ਵੀ ਬੁਰਾ, ਉਹ ਵੀ ਬੁਰਾ, ਉਹ ਵੀ ਬੁਰਾ, ਤੇ ਮੇਰੇ ਅੰਦਰ ਦਾ ਹੰਕਾਰ ਸਮਾਨੀ ਜਾ ਚੜ੍ਹਦਾ ਕਿ ਮੈਂ ਚੰਗਾ। ਤੇ ਗੁਰੂ ਕੀ ਸਿਖਾਉਂਦਾ? ਹਮ ਨਹੀਂ, ਬੋਲੋ ਨਾ ਗੱਜ ਕੇ, ਹਮ ਨਹੀਂ, बुरा नहीं, मंदा जाने आपको अवर भला संसार। कबीर सब ते हम बुरे, हम तज भलो सब कोए, जिन्हें ऐसा कर बुझिया वो मेरा यार है। कहते मीत हमारा सोए। सो मैं सियाणा नहीं हाँ, मैं गुनाहां दा भरिया होया, कालख मैनू इस शीशे च नज़र आउंदी है, पर जे पंथ अपनी नज़र करे तो ये कालख लै सकती है। आओ जुड़िए साथ। ठीक है, मेरी रोजी रोटी का साधन है, मैं पैसे लैके जाना है, मैनू पता है, पर रोजी रोटी के नाल नाल अपना आप भी धो लवां ते पंथ का भी कुछ सवारां, ये अरदास जरूर करियो। आपां सारी रोटी वास्ते कुछ ना कुछ कर रहे हैं, पर नाल असीं गुरु गोबिंद सिंह जी दे देनदार हाँ। असीं करजरी धरती तो मैं आया ना जी, तुहाडे सिर ते उहदा करजा है, ठंडे बुरज का करजा है, सरहंद दियां नीहां दा करजा है, तुहाडे सिर ते ज्योति स्वरूप साहब का करजा है। जे मेरे साहब दे लाला ने भुखियां रातां ना कट्टियां हुंदियां, सीत फर्शां ते जिंदगी ना गुजारे हुंदे दिन, ते आ जिहड़ा सुख असीं निग भोग रहे हैं, खुशियां मान रहे हैं, वाहिगुरू सुख तुहानूं दवे, किलकारियां नहीं सी गूंजणियां, फिर ये रिजक मूँह च नहीं सी पैना, बुरकियां साडे बच्चियां दे। उन्हां ने अपने पिंडे ते हंडा के ते साडियां झोलियां भरियां। 100 छोटियां कंधां तोड़ दईए, पंथ दे वेड़े विच वड़ीए, बख्शिंद सुभा लिया कि जे मेरे औगण वेखो भी तो तुसीं मेरे भले लिए अरदास करो भी महाराज जी इहदा भला कर दिओ, इहनूं भी पंथ नाल जोड़ दो। महाराज तुहाडी घल ना थाए पाउण, तुहाडा सारियां दा भला होवे, सारी मनुखता दा भला होवे, ते पंथ दी चढ़दी कला होवे। ये अरदास गुरु दे चरनां च सारे वीरां दा, गुरु मान्यो ग्रंथ सेवा सोसाइटी, सारी संगत इलाके दी, सारियां दा बहुत बहुत धन्यवाद। हो सकता मैं तुहाडीआं आसां दे अनुसार ना बोलिया होवां, मैनूं माफ़ कर दिओ। हाँ नहीं जी, मेरे 8:15 तुसीं समा दिता सी मैनूं, ते आज पहुंचे नहीं, जथा नहीं पहुंचा, जथा नहीं पहुंचा। अच्छा, बेनती है मेरी ना, हाथ जोड़ के बेनती है, एक तो सट का दर्द, पसलियां टुटियां हुई, असर है, मेरा बहुता प्रॉब्लम सी, ते एक हजूर साहब तो आया मैं, सवेरे हजूर साहब से उत्थों सीधा ही पहुँच रहा तुहाडे कोल, तो उस सफ़र का भी थकेवा सी जी। तो मैं वीरां नूं कहा सी भी 8:15 तो 9:15 आपां ला लांगे। चलो कोई गल नहीं, जे मजबूरी है प्रबंधकां दी, मैं 2-4 मिनट होर तुहाडे समक्ष बेनती करदा। मेरी ये बेनती तुहानूं, कोई गल नहीं, आपां उडीक लैंदे हां। साध संगत जी, आपां जिथे भी बैठे हैं ना जी, देखो किन्ने प्यार वाले बचन आपां अरदास च बोलते हैं ना,
ਇਹ ਬਚਨਾਂ ਨੂੰ ਸਮਝੀਏ ਨਾ, ਇਹ ਕਿੰਨੇ ਪਿਆਰੇ ਬਚਨ ਨੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆਪਣੇ ਲਈ ਮੰਗਦੇ ਆ, ਪਹਿਲਾਂ ਨਿਤਨੇਮ ਕਰਕੇ, ਅਖੰਡ ਪਾਠ ਕਰਵਾ ਕੇ, ਪੈਸੇ ਚਾੜ ਕੇ, ਲੰਗਰ ਲਾ ਕੇ, ਪਹਿਲਾਂ ਪ੍ਰਥਮੈ ਮਤਲਬ ਸਭ ਤੋਂ ਪਹਿਲਾਂ, ਪ੍ਰਥਮ ਨੰਬਰ 1 ਦੇ ਉੱਤੇ ਇਹ ਕਹਿੰਦੇ ਆ ਵੀ ਮੈਨੂੰ ਆਹ ਸੁੱਖ ਦੇ ਦਿਓ, ਮੇਰੀ ਨੌਕਰੀ ਲੱਗ ਜੇ, ਮੇਰੇ ਪੋਤਰਾ ਹੋ ਜੇ। ਨਹੀਂ, ਸਭ ਤੋਂ ਪਹਿਲਾਂ ਕਹਿੰਦੇ ਆ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਇੰਨੇ ਸ਼ਬਦ ਨਾਲ ਹੀ ਅਸੀਂ ਇੱਕ ਮੁੱਠੀ 'ਚ ਵੱਜ ਜਾਂਦੇ ਹਾਂ ਜੀ। ਇੰਨੇ ਸ਼ਬਦ ਨਾਲ, ਇੱਕ ਸ਼ਬਦ ਨਾਲ ਅਸੀਂ ਐ ਮੁੱਠੀ 'ਚ ਵੱਜ ਜਾਂਦੇ ਹਾਂ। ਤੇ ਫਿਰ ਕੀ ਕਹਿੰਦੇ ਆ? ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਆਵੈ। ਜਿਉਂ-ਜਿਉਂ ਸਾਡੀ ਸੁਰਤ ਇੱਧਰ ਲੱਗੇਗੀ ਨਾ ਜੀ, ਉੱਚੀ ਹੋਏਗੀ ਸੁਰਤ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਅਸੀਂ ਸੁਣਾ ਰਹੇ ਹਾਂ, ਸੁਣ ਨਹੀਂ ਰਹੇ। ਗੁਰੂ ਕਹਿੰਦਾ ਸੁਣਨਾ ਪਹਿਲਾਂ। ਸੁਣਾਉਣਾ ਸੌਖਾ ਹੈ, ਕਿਉਂਕਿ ਸੁਣਾਉਣਾ ਹੈ ਜ਼ਮਾਨੇ ਬਾਰੇ ਤੇ ਸੁਣਨਾ ਹੈ ਆਪਣੇ ਆਪ ਨੂੰ ਵੇਖਣ ਵਾਸਤੇ। ਜਿੱਦਣ ਸਾਡੀ ਸੁਰਤ ਸੁਣਨ ਲੱਗ ਪਈ, ਇਹ ਸ਼ਬਦਾਂ ਦਾ ਜਾਦੂ ਵਰਤਣਾ ਹੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ। ਤੁਸੀਂ ਇਕੱਲੇ ਆਪਣੇ ਟੱਬਰ ਦੀ ਸੁੱਖ ਹੀ ਨਹੀਂ ਮੰਗ ਸਕਦੇ, ਆਪਣੇ ਪਿੰਡ ਦੀ ਸੁੱਖ ਨਹੀਂ ਮੰਗ ਸਕਦੇ, ਆਪਣੇ ਇਲਾਕੇ ਦੀ, ਪ੍ਰਾਂਤ ਦੀ, ਦੇਸ਼ ਦੀ ਨਹੀਂ। ਜਹਾਂ ਜਹਾਂ ਖਾਲਸਾ ਜੀ ਸਾਹਿਬ। ਜਦੋਂ ਅਸੀਂ ਇੱਦਾਂ ਅਰਦਾਸ ਕਰਾਂਗੇ ਨਾ, ਤੇ ਅਸੀਂ ਪਾਕਿਸਤਾਨ ਵਾਲਿਆਂ ਦੀ ਵੀ ਸੁੱਖ ਮੰਗ ਰਹੇ ਹੋਵਾਂਗੇ। ਅਸੀਂ ਦੁਨੀਆ ਦੇ ਬਾਕੀ ਸਭ, ਜਿਹਨੂੰ ਲੋਕ ਇੱਥੇ ਦੁਸ਼ਮਣੀ ਦੇ ਬੀਜ ਬੀਜੇ ਜਾਂਦੇ ਆ, ਉਹ ਲੋਕ ਸਾਡੇ ਦੁਸ਼ਮਣ ਨੇ। ਨਹੀਂ, ਜਦੋਂ ਸਿੱਖ ਨੇ ਕਹਿਣਾ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤੇ ਫਿਰ ਦੁਨੀਆ ਦੇ ਜਿਸ ਹਿੱਸੇ 'ਚ ਵੀ ਗੁਰੂ ਗੋਬਿੰਦ ਸਿੰਘ ਜੀ ਤੇਰਾ ਪਰਿਵਾਰ ਵਸਦਾ, ਉਹਦੀ ਰੱਖਿਆ ਕਰਿਓ। ਮੈਂ ਅਰਦਾਸ ਕਰਦਾ, ਉਹਦੇ ਨਾਲ ਰਿਆਇਤ ਵਰਤਿਓ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਹੁਣ ਇਹ ਸ਼ਬਦਾਂ ਦਾ ਜਾਦੂ ਵੇਖੋ ਨਾ ਗੁਰਮੁਖੋ। ਪਰ ਭਾਈ ਸਾਹਿਬ ਨੇ ਪੜ੍ਹੇ ਸੀ, ਅਸੀਂ ਤੇ ਸੁਣਿਆ ਹੀ ਨਹੀਂ। ਅਸੀਂ ਤੇ ਉਡੀਕ ਰਹੇ ਸੀ ਕਿ ਕਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਫਿਰ ਚੱਲੀਏ ਅਸੀਂ। ਸਾਡੇ ਕੋਲ ਖਜ਼ਾਨਾ ਬਹੁਤ ਅਨਮੋਲ ਹੈ ਸਾਧ ਸੰਗਤ ਜੀ। ਜਦੋਂ ਸਾਡਾ ਚਿੱਤ, ਸਾਡੀ ਸੁਰਤ ਸੁਣਨ ਵਾਲੇ ਪਾਸੇ ਲੱਗੇਗੀ, ਉਦੋਂ ਇਸ ਖਜ਼ਾਨੇ ਉੱਤੇ ਮਾਣ ਹੋਏਗਾ ਸਾਨੂੰ। ਤੋ ਇਹ ਜਿਹੜੇ ਗੁਣ ਨੇ, ਜਿਨ੍ਹਾਂ ਨਾਲ ਸਾਡੀ ਰੂਹਾਨੀਅਤ ਉੱਚੀ ਹੋਣੀ ਹੈ, ਜਿਨ੍ਹਾਂ ਨਾਲ ਇਨਸਾਨੀਅਤ ਅੰਦਰ ਆਉਣੀ ਹੈ, ਜਿਨ੍ਹਾਂ ਨਾਲ ਧਰਮ ਦਾ ਬੀਜ ਪੈਣਾ ਹੈ, ਇਹ ਅੰਦਰ ਜਾਣ ਦਾ ਇੱਕੋ ਹੀ ਸਾਧਨ ਹੈ, ਸੁਣਿਆ। ਸਤ ਸੰਤੋਖ ਗਿਆਨ ਸੁਣਿਆ, 68 ਕਾ ਇਸ਼ਨਾਨ ਸੁਣਿਆ, ਪੜ ਪੜ ਪਾਵੈ ਮਾਨ ਸੁਣਿਆ, ਲੱਗੈ ਸਹਿਜ ਧਿਆਨ। ਸਹਿਜ ਆਤਮਿਕ ਅਡੋਲਤਾ, ਸੁਰਤ ਦੀ ਇਕਾਗਰਤਾ। ਸਹਿਜ ਧਿਆਨ ਕੀ ਹੁੰਦਾ? ਅੰਦਰ ਦੀ ਸਥਿਰਤਾ, ਅਡੋਲਤਾ, ਟਿਕਾਓ। ਲੋਕੀ ਸਮਾਧੀਆਂ ਲਾਉਂਦੇ ਮਰ ਗਏ, ਜੰਗਲਾਂ 'ਚ ਬਹਿ ਬਹਿ ਕੇ ਸਰੀਰ ਸੁੱਕ ਗਏ। ਤੇ ਇੱਥੇ ਸਿੱਖ ਨੇ 2 ਘੜੀਆਂ ਚੌਂਕੜਾ ਮਾਰਿਆ, ਜਿਉਂ ਹੀ ਸੁਰਤ ਸੁਣਨ ਵਾਲੇ ਪਾਸੇ ਲੱਗੀ, ਅੰਦਰ ਸਹਿਜ ਵੀ ਆ ਗਿਆ ਤੇ ਧਿਆਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹ ਸਾਰਾ ਕੁਝ ਟਿਕਿਆ ਸਾਧ ਸੰਗਤ ਜੀ। ਤੇ ਅਸੀਂ ਤੇ ਇਸ ਖਜ਼ਾਨੇ ਤੇ ਮਾਣ ਕਰਨਾ ਸੀ, ਪਰ ਅੱਜ ਘਰ ਦੇ ਅੰਦਰ ਹੁੰਦੀ ਵਸਤ ਦੀ ਪ੍ਰਤੀਤ ਹੀ ਨਹੀਂ ਸਾਨੂੰ ਕਿਹਾ ਨਾ ਮਹਾਰਾਜ ਨੇ, ਸਭ ਕਿਛ ਘਰ ਮੈਂ ਹੈ ਬਾਹਰ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਈ। ਬਾਹਰ ਕਿਉਂ ਭਟਕਣ ਜਾਈਏ ਅਸੀਂ ਜੀ? ਬਾਹਰ ਕਿਉਂ ਢੂੰਡਣ ਜਾਈਏ ਅਸੀਂ ਜੀ? ਬਾਹਰ ਢੂੰਡਣ ਤੇ ਛੂਟ ਪਰੇ, ਛੱਡ ਦਿੱਤਾ ਬਾਹਰ ਢੂੰਡਣਾ। ਕਿਉਂਕਿ ਗੁਰੂ ਨੇ ਕੀ ਦੱਸਿਆ ਜੀ? ਜਦੋਂ ਇਹਦਾ ਲੜ ਫੜਿਆ, ਜਦੋਂ ਸੁਣੇ ਬੋਲ ਤੇ ਗੁਰ ਘਰ ਹੀ ਮਾਹੇ ਦਿਖਲਾਇਆ ਥਾ। ਸਤਿਗੁਰੂ ਜੀ ਨੇ ਕਿਹਾ, ਤੈਨੂੰ ਦੱਸਾਂ ਸਭ ਕੁਛ ਘਰ ਮੈਂ। ਸਾਰਾ ਕੁਝ ਸਾਡੇ ਵਾਸਤੇ ਟਿਕਾਇਆ ਹੋਇਆ। ਕੋਈ ਗੱਲ ਨਹੀਂ, ਧੰਨਵਾਦ। ਸਾਰਾ ਕੁਝ ਸਾਡੇ ਘਰ 'ਚ ਟਿਕਿਆ ਹੋਇਆ ਸਾਧ ਸੰਗਤ। ਵਾਹਿਗੁਰੂ ਦਇਆ ਕਰੋ ਮਹਾਰਾਜ। ਅਸੀਂ ਬਹੁਤ ਵਿਖੜੇ ਭੈਂਡੇ 'ਚੋਂ ਦੀ ਲੰਘ ਰਹੇ ਹਾਂ, ਤੇ ਇਸ ਘੜੀ ਮੇਰੇ ਗੁਰਸਿੱਖ ਵੀਰੋ, ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਦਾ, ਇਸ ਘੜੀ ਸਾਨੂੰ ਬਹੁਤ ਗੰਭੀਰਤਾ ਦੀ ਲੋੜ ਹੈ। ਕਿਉਂਕਿ ਪਤਾ ਨਹੀਂ ਲੱਗ ਰਿਹਾ ਕਿ ਕੌਣ ਬੰਦਾ ਆਪਣਾ ਸਵਾਰਥ ਕੱਢ ਜੇ ਬੜੇ ਅਜੀਬੋ ਗਰੀਬ ਤਰੀਕੇ ਦੇ ਨਾਲ। ਪਤਾ ਹੀ ਨਹੀਂ ਲੱਗ ਰਿਹਾ ਸਾਨੂੰ। ਇਹ ਬੱਚੇ, ਨੌਜਵਾਨ, ਇਹ ਜਿਹੜਾ ਬਾਣਾ ਦਿਸ ਰਿਹਾ, ਸਰੂਪ ਦਿਸ ਰਿਹਾ, ਸ਼ੁਕਰ ਹੈ ਗੁਰੂ ਦਾ, ਲੱਖ ਲੱਖ ਸ਼ੁਕਰ ਹੈ। ਤੇ ਨਾਲ ਇਹਨਾਂ ਨੂੰ ਕੀ ਦੇਣਾ? ਬੜੀ ਸੰਜੀਦਗੀ, ਬੜੀ ਸੂਝ, ਬੜੀ ਸਿਆਣਪ।
ਕੱਲਾ ਜੋਸ਼ ਨਹੀਂ, ਗੁਰਮਤ ਦਾ ਹੋਸ਼, ਚੇਤਨਤਾ, ਵਿਵੇਕ ਬੁੱਧੀ, ਇਹ ਵੀ ਅਸੀਂ ਗੁਰੂ ਦੇ ਕੋਲੋਂ ਮੰਗਣੀ ਹੈ। ਤੇ ਮਹਾਰਾਜ ਤੁਹਾਡਾ ਆਇਆ ਸਫਲ ਕਰਨ। ਮੇਰਾ ਫਰਜ਼ ਬਣਦਾ ਸੀ ਵੀ ਵੀਰਾਂ ਦੀ ਜਿੰਨੀ ਦੇਰ ਅਗਲਾ ਬੁਲਾਰਾ ਨਹੀਂ ਆਉਂਦਾ, ਤਾਂ ਵੀਰ ਜੀ ਨੇ ਦੱਸਿਆ ਵੀ ਗੁਰਮੁਖ ਪਹੁੰਚ ਗਏ ਆ, ਤਾਂ ਮੈਂ ਖਿਮਾ ਮੰਗਦਾ, ਮੇਰੀਆਂ ਗਲਤੀਆਂ ਬਹੁਤ ਹੋਣਗੀਆਂ। ਅਸੀਸ ਦਿਓ, ਅਰਦਾਸ ਕਰਦਾ ਕਿ ਤੁਹਾਡਾ ਵੀ ਆਇਆ ਸਫਲ ਹੋਵੇ। ਤੇ ਇੱਕ ਬੇਨਤੀ ਕਰਦਾ ਵੀ ਭਾਈ ਬਾਬਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਆ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਂ ਗੁਜਰੀ ਜੀ ਸਿੰਘਾਂ ਦੇ 6 ਪੋਹ ਨੂੰ ਸਤਿਗੁਰੂ ਜੀ ਅਨੰਦਪੁਰ ਸਾਹਿਬ ਛੱਡਦੇ ਆ। 7 ਪੋਹ ਦੀ ਸ਼ਾਮ ਨੂੰ ਕਲਗੀਧਰ ਪਾਤਸ਼ਾਹ ਚਮਕੌਰ ਸਾਹਿਬ ਪਹੁੰਚਦੇ ਆ, ਤੇ 7 ਪੋਹ ਨੂੰ ਮਾਂ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਸ਼ਾਨ। ਪਹਿਲਾ ਪੜਾਅ ਸਫਰੇ ਸ਼ਹਾਦਤ ਦਾ। ਵੀਰ ਬੈਠੇ ਅਕਾਲ ਚੈਨਲ ਵਾਲੇ ਮੁੱਢ ਕਦੀਮ ਤੋਂ ਸਾਰੀ ਸੇਵਾ ਨਾਲ ਨਿਭਾ ਰਹੇ ਨੇ। ਤੁਸੀਂ ਘਰਾਂ 'ਚ ਵੀ ਲਾਹਾ ਲੈਣਾ ਸਾਰਿਆਂ ਨੇ, ਕਾਫੀ ਸਾਰੇ ਚੈਨਲ ਹੁੰਦੇ ਨੇ ਗੁਰਸਿੱਖ ਸਾਰੇ, ਤੇ ਕੋਸ਼ਿਸ਼ ਕਰੋ ਵੀ ਹਾਜ਼ਰੀਆਂ ਭਰੋ। ਉਹੀ ਰਾਤ ਉਸੇ ਜਗ੍ਹਾ ਤੇ ਜਿੱਥੇ ਮਾਂ ਜੀ ਤੇ ਸਾਹਿਬਜ਼ਾਦੇ ਬੈਠੇ ਸੀ, ਅਹਿਸਾਸ ਹੀ ਵੱਖਰਾ। ਪਹਿਲਾ ਪੜਾਅ 21 ਦਸੰਬਰ 7 ਪੋਹ। ਦੂਜਾ ਪੜਾਅ ਸਹੇੜੀ ਗੰਗੂ ਲੈ ਕੇ ਆਂਦਾ ਆਪਣੇ ਘਰ 8 ਪੋਹ 22 ਦਸੰਬਰ। ਤੇ ਤੀਸਰਾ ਪੜਾਅ ਕੋਤਵਾਲੀ ਸਾਹਿਬ 23 ਦਸੰਬਰ ਨੂੰ। ਤੇ ਫਿਰ ਠੰਡੇ ਬੁਰਜ ਦੀ ਸਰਦਲ ਜਿੱਥੇ ਸਾਹਿਬਜ਼ਾਦੇ ਕੈਦ ਹੋਏ 24 ਦਸੰਬਰ। 25 ਤੇ 26 ਦਸੰਬਰ ਨੂੰ ਸਭਾ ਲੱਗਦੀ ਹੈ, ਤੇ 27 ਦਸੰਬਰ ਨੂੰ ਸ਼ਹੀਦੀ ਦਾ ਦਿਹਾੜਾ। ਜ਼ਰੂਰ ਹਾਜ਼ਰੀਆਂ ਭਰਿਓ ਜੀ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले